ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਐਂਡ ਮੈਂ ਰਮਨਦੀਪ ਕੌਰ ਕਰੰਟ ਅਫੇਅਰ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 6 ਅਗਸਤ ਦੀਆਂ ਨਿਊਜ਼ ਕਰਨੀਆਂ ਨੇ। ਠੀਕ ਹੈ ਜੀ, ਇਸ ਤੋਂ ਧਿਆਨ ਰੱਖਿਓ ਜੋ ਵੀ ਸਟੂਡੈਂਟਸ ਕੰਪੀਟੀਸ਼ਨ ਐਗਜ਼ਾਮ ਦੀ ਕਿਸੇ ਦੀ ਵੀ ਤਿਆਰੀ ਕਰ ਰਹੇ ਨੇ ਉਹ ਹੋਰ ਵੀਡੀਓਜ਼ ਵੀ ਚੈੱਕਆਊਟ ਕਰ ਸਕਦੇ ਨੇ ਫਨਕਾਰ ਸਰ ਦੀਆਂ। ਠੀਕ ਹੈ ਜੀ, ਹਰੇਕ ਵੀਡੀਓ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ। ਠੀਕ ਹੈ, ਉਹਨਾਂ ਦੇ ਅਨਅਕੈਡਮੀ ਦੇ ਵੀ ਲੈਕਚਰਸ ਹੁੰਦੇ ਨੇ, ਲਾਈਵ ਕਲਾਸਿਸ ਵੀ ਹੁੰਦੀਆਂ ਨੇਗੀਆਂ ਅਤੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੈੱਕਆਊਟ ਇੱਕ ਵਾਰ ਜ਼ਰੂਰ ਕਰਨਾ। ਠੀਕ ਹੈ, ਪਹਿਲੀ ਨਿਊਜ਼ ਕਰਦੇ ਹਾਂ ਆਪਾਂ ਅਪੁਆਇੰਟਮੈਂਟ ਤੋਂ। ਠੀਕ ਹੈ, ਦੇਖੋ ਪੇਪਰ ਦੇ ਵਿੱਚ ਅਪੁਆਇੰਟਮੈਂਟਸ ਤੋਂ ਬਹੁਤ ਸਾਰੀਆਂ ਨਿਊਜ਼ ਆਉਂਦੀਆਂ ਨੇ। ਕਰੰਟ ਅਫੇਅਰਸ ਕਿੱਥੋਂ ਕਿੱਥੋਂ ਕਵਰ ਹੁੰਦਾ ਮੈਂ ਤੁਹਾਨੂੰ ਵਿੱਚ ਦੀ ਦੱਸਦੀ ਵੀ ਰਹੂੰਗੀ। ਪਹਿਲਾਂ ਆਪਾਂ ਅਪੁਆਇੰਟਮੈਂਟ ਕਰਦੇ ਹਾਂ। ਠੀਕ ਹੈ, PM ਆਫ ਗਿਆਨਾ, ਹਾਂਜੀ PM ਆਫ ਗਿਆਨਾ ਦੇ ਜਿਹੜੇ PM ਨੇ ਅਤੇ ਪ੍ਰੈਜ਼ੀਡੈਂਟ ਨੇ ਦੋਨੋਂ ਹੀ ਬਣੇ ਨੇ ਹੁਣੇ ਨਵੇਂ ਤਾਂ ਤੁਸੀਂ ਦੋਨੋਂ ਦੇ ਨੇਮਸ ਯਾਦ ਰੱਖਣੇ ਨੇ, ਮਾਰਕ ਐਂਥਨੀ ਫਿਲਿਪਸ ਅਤੇ ਮੁਹੰਮਦ ਇਰਫਾਨ ਅਲੀ। ਠੀਕ ਹੈ, ਇਹ ਦੋਨੋਂ ਇਹਨਾਂ ਦੇ ਨੇਮ ਨੇ, ਇਹ ਤੁਸੀਂ ਯਾਦ ਰੱਖਣਾ। ਦੇਖੋ ਹੁਣ ਕਈ ਵਾਰ ਕੀ ਹੁੰਦਾ, ਦੇਖੋ ਤਿੰਨ ਵਰਡਸ ਦਾ ਨੇਮ ਆ ਗਿਆ, ਮਾਰਕ ਐਂਥਨੀ ਫਿਲਿਪਸ, ਹੈ ਨਾ। ਤੁਸੀਂ ਤਿੰਨੋਂ ਵਰਡਸ ਕਈ ਵਾਰ ਨਹੀਂ ਯਾਦ ਕਰ ਪਾਉਂਦੇ, ਜਿਵੇਂ ਮੁਸਲਿਮਸ ਹੁੰਦੇ ਨੇ ਉਹਨਾਂ ਦੇ 6 ਵਰਡਸ ਦੇ ਵੀ ਨੇਮ ਹੁੰਦੇ ਨੇ, ਤਾਂ ਕੋਈ ਇੱਕ ਦੋ ਕੀਵਰਡ ਚੱਕ ਕੇ ਉਹਨਾਂ 'ਚੋਂ ਜਿਹੜੇ ਕਿਸੇ ਹੋਰ ਨਾਲ ਮੇਲ ਨਾ ਖਾਂਦੇ ਹੋਣ ਉਹ ਵੀ ਤੁਸੀਂ ਯਾਦ ਕਰ ਸਕਦੇ ਹੋ, ਸਾਰਾ ਨਾਮ ਯਾਦ ਕਰਨ ਦੀ ਬਜਾਏ। ਠੀਕ ਹੈ, ਬਟ ਇੱਥੇ ਨਾਮ ਦੋਨੋਂ ਹੀ ਸੌਖੇ ਨੇ ਤਾਂ ਆਪਾਂ ਪੂਰੇ ਯਾਦ ਕਰਾਂਗੇ ਕਿ PM ਕੌਣ ਨੇ ਗਿਆਨਾ ਦੇ, ਮਾਰਕ ਐਂਥਨੀ ਫਿਲਿਪਸ, ਅਤੇ ਪ੍ਰੈਜ਼ੀਡੈਂਟ ਕੌਣ ਅਪੁਆਇੰਟ ਹੋਏ ਨੇ, ਮੁਹੰਮਦ ਇਰਫਾਨ ਅਲੀ। ਹੁਣ ਦੇਖੋ ਜਿੱਦਾਂ ਆਹ ਨਹੀਂ ਮੈਂ ਮੁਹੰਮਦ ਇਰਫਾਨ ਅਲੀ, ਤੁਸੀਂ ਮੰਨ ਲਓ ਮੁਹੰਮਦ ਇਕੱਲਾ ਯਾਦ ਕਰ ਲਿਆ ਕਿ ਮੁਹੰਮਦ ਲਾ ਕੇ ਅਸੀਂ ਟਿੱਕ ਲਾ ਦਾਂਗੇ, ਹੈ ਨਾ, ਬਟ ਇਹ ਰੋਂਗ ਹੋ ਜਾਊਗਾ ਕਿਉਂਕਿ ਮੁਹੰਮਦ ਹੈ ਜਿਹੜਾ ਬਹੁਤ ਸਾਰੇ ਨੇਮਸ ਦੇ ਅੱਗੇ ਪੈਂਦਾ ਹੈ। ਠੀਕ ਹੈ, ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਇਹੋ ਜਿਹਾ ਕੀਵਰਡ ਨਹੀਂ ਚੱਕਣਾ ਜਿਹਦੇ ਨਾਲ ਆਪ ਹੀ ਮਾਰ ਖਾ ਜਾਓ। ਇਰਫਾਨ ਅਲੀ ਤੁਸੀਂ ਇੱਥੋਂ ਯਾਦ ਕਰਨਾ। ਠੀਕ ਹੈ, ਹੁਣ ਦੇਖੋ ਇਹਨਾਂ ਦੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਵੀ ਹੋਏ ਨੇ ਅਪੁਆਇੰਟ, ਤਾਂ ਉਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਹੈ ਭਾਰਤ ਜਗਦੇਵ। ਭਾਰਤ ਤੋਂ ਤੁਸੀਂ ਯਾਦ ਰੱਖ ਸਕਦੇ ਹੋ, ਆਪਣੇ ਇੰਡੀਆ ਦਾ ਨੇਮ ਹੈ ਭਾਰਤ, ਅਤੇ ਭਾਰਤ ਜਗਦੇਵ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਜਿਹੜਾ ਗਿਆਨਾ ਦੀ ਤੁਹਾਨੂੰ ਕੈਪੀਟਲ ਅਤੇ ਕਰੰਸੀ ਦੋਨੋਂ ਹੀ ਪਤਾ ਹੋਣੇ ਚਾਹੀਦੇ ਨੇ। ਕੈਪੀਟਲ ਦੇਖੋ ਜੀ, ਨੋਟ ਕਰੋ, ਜਾਰਜ ਟਾਊਨ, ਅਤੇ ਕਰੰਸੀ ਤੁਹਾਨੂੰ ਪਤਾ ਹੋਣੀ ਚਾਹੀਦੀ ਇਹਨਾਂ ਦੀ ਕਿਹੜੀ ਹੈ ਜੀ, ਡਾਲਰ। ਓਕੇ, ਦੋਨੋਂ ਹੀ ਤੁਸੀਂ ਯਾਦ ਕਰਨੇ ਨੇ ਧਿਆਨ ਨਾਲ। ਓਕੇ, ਇਸ ਤੋਂ ਬਾਅਦ ਆਪਾਂ ਨੈਕਸਟ ਨਿਊਜ਼ ਦੇ ਉੱਤੇ ਮੂਵ ਔਨ ਕਰਦੇ ਹਾਂ। ਫੈਸਟੀਵਲ, ਦੇਖੋ ਪੇਪਰ ਦੇ ਵਿੱਚ ਫੈਸਟੀਵਲ, ਅਵਾਰਡਸ, ਅਪੁਆਇੰਟਮੈਂਟਸ, ਗੇਮਸ, ਨੈਸ਼ਨਲ ਨਿਊਜ਼, ਇੰਟਰਨੈਸ਼ਨਲ ਨਿਊਜ਼, ਠੀਕ ਹੈ, ਅਤੇ ਓਬਚਰੀਜ਼, ਇਹਨਾਂ ਸਾਰੇ ਸੈਕਸ਼ਨਸ ਤੋਂ ਕੁਐਸਚਨ ਆਉਂਦਾ ਕਰੰਟ ਅਫੇਅਰਸ ਦੇ ਵਿੱਚੋਂ। ਹੌਲੀ ਹੌਲੀ ਸਾਰਾ ਕੁਛ ਕਵਰ ਕਰਾਂਗੇ ਆਪਾਂ। ਫਿਲਹਾਲ ਦੇਖੋ ਫੈਸਟੀਵਲ 'ਤੇ ਆਪਾਂ ਮੂਵ ਔਨ ਕਰਦੇ ਹਾਂ। ਆਨੰਦੀ ਪੇਰੂਕੂ ਫੈਸਟੀਵਲ, ਇਹ ਤਾਮਿਲਨਾਡੂ ਸਟੇਟ ਦਾ ਹੈ। ਠੀਕ ਹੈ, ਇੱਥੇ ਮਨਾਇਆ ਗਿਆ ਰੀਸੈਂਟ ਦੇ ਵਿੱਚ ਜਿਹੜਾ ਵੀ ਫੈਸਟੀਵਲ ਕਿਸੇ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੁੰਦਾ ਉਹਦੇ ਪੂਰੇ ਚਾਂਸਸ ਹੁੰਦੇ ਆ ਪੇਪਰ ਦੇ ਵਿੱਚ ਆਉਣ ਦੇ। ਠੀਕ ਹੈ, ਤਾਂ ਤੁਸੀਂ ਯਾਦ ਰੱਖਣਾ ਆਨੰਦੀ ਪੇਰੂਕੂ ਫੈਸਟੀਵਲ ਤਾਮਿਲਨਾਡੂ ਦਾ ਹੈ। ਸਟੈਟਿਕ GK ਦਾ ਪਾਰਟ ਵੀ ਇੱਥੇ ਨਾਲ ਆਪਣਾ ਕਵਰ ਹੋ ਰਿਹਾ ਕਿ ਫੇਅਰ ਐਂਡ ਫੈਸਟੀਵਲ ਦਾ ਪਾਰਟ। ਠੀਕ ਹੈ, ਦੇਖੋ ਆਨੰਦੀ ਦੀ ਜਗ੍ਹਾ ਤੁਹਾਨੂੰ ਅਨਾਦੀ ਵੀ ਮਿਲ ਸਕਦਾ ਹੈ ਲਿਖਿਆ, ਅਨਾਦੀ ਮਤਲਬ ਕਿ ਸਟਾਰਟਿੰਗ ਦੇ ਵਿੱਚ, ਕਿਉਂਕਿ ਜਿਹੜਾ ਇਹ ਫੈਸਟੀਵਲ ਹੈ ਨਾ ਇਹ ਮੌਨਸੂਨ ਦੇ ਸਟਾਰਟਿੰਗ ਦੇ ਵਿੱਚ ਇਹ ਮਨਾਇਆ ਜਾਂਦਾ, ਤਾਂ ਕਰਕੇ ਇਹਨੂੰ ਅਨਾਦੀ ਪੇਰੂਕੂ ਫੈਸਟੀਵਲ ਕਹਿੰਦੇ ਨੇ। ਜਦੋਂ ਕਾਵੇਰੀ ਨਦੀ ਦੇ ਵਿੱਚ ਜਿਹੜਾ ਪਾਣੀ ਹੈ ਭਰਪੂਰ ਮਾਤਰਾ 'ਚ ਭਰ ਜਾਂਦਾ ਅਤੇ ਉਹ ਵਹਿਣ ਲੱਗਦੀ ਹੈ ਪ੍ਰੋਪਰ ਤਰੀਕੇ ਨਾਲ, ਤਾਂ ਉਦੋਂ ਉਸ ਦਾ ਥੈਂਕਸ ਕਰਨ ਦੇ ਲਈ, ਠੀਕ ਹੈ, ਸ਼ੁਕਰੀਆ ਅਦਾ ਕਰਨ ਦੇ ਲਈ ਇਹ ਜਿਹੜਾ ਫੈਸਟੀਵਲ ਹੈ ਮੌਨਸੂਨ ਦੀ ਸਟਾਰਟਿੰਗ ਦੇ ਵਿੱਚ ਮਨਾਇਆ ਜਾਂਦਾ। ਡਿਊਰਿੰਗ ਜੁਲਾਈ ਟੂ ਅਗਸਤ ਦੇ ਵਿੱਚ ਜਿਹੜਾ ਇਹ ਫੈਸਟੀਵਲ ਹੈ ਇਹ ਮਨਾਇਆ ਜਾਂਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਕਿਉਂਕਿ ਦੇਖੋ ਆਪਣੇ ਕੰਟਰੀ ਦੇ ਵਿੱਚ ਜਿਹੜੀ ਨਦੀਆਂ ਦੀ ਮਹੱਤਤਾ ਹੈ ਕਾਫੀ ਜ਼ਿਆਦਾ ਹੈ। ਠੀਕ ਹੈ, ਉਹਨੂੰ ਇੱਕ ਤਰੀਕੇ ਨਾਲ ਸ਼ੋਅ ਕਰਨ ਦੇ ਲਈ ਇਹ ਜਿਹੜਾ ਫੈਸਟੀਵਲ ਹੈ ਸੈਲੀਬ੍ਰੇਟ ਕੀਤਾ ਜਾਂਦਾ। ਹੁਣ ਦੇਖੋ ਆਇਆ ਤਾਮਿਲਨਾਡੂ ਤੇ ਇੱਕ ਫੈਕਟ ਯਾਦ ਰੱਖਣਾ ਤੁਸੀਂ, ਮਦਰਾਸ ਆਪਾਂ ਨੂੰ ਪਤਾ ਹੀ ਹੈ ਨਾ ਉੱਧਰ ਪੈਂਦਾ, ਮਦਰਾਸ ਚੇਨਈ ਦਾ ਨੇਮ ਹੈ। ਮਦਰਾਸ ਹਾਈ ਕੋਰਟ ਦੇ ਅੰਡਰ ਆਉਂਦਾ ਹੈ ਤਾਮਿਲਨਾਡੂ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਅੱਛਾ, ਮਦਰਾਸ ਹਾਈ ਕੋਰਟ ਦੇ ਅੰਡਰ ਸਿਰਫ ਤਾਮਿਲਨਾਡੂ ਹੀ ਨਹੀਂ ਆਉਂਦਾ, ਇੱਕ ਯੂਨੀਅਨ ਟੈਰੀਟਰੀ ਵੀ ਆਉਂਦੀ ਹੈ ਜਿਹਦਾ ਨਾਮ ਹੈ ਪੁਡੂਚੇਰੀ, ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਆਉਂਦਾ ਜਿਹਦਾ ਨਾਮ ਹੈ ਪੁਡੂਚੇਰੀ। ਠੀਕ ਹੈ ਜੀ, ਇਹ ਦੋਨੇ ਫੈਕਟ ਤੁਸੀਂ ਯਾਦ ਰੱਖਣੇ ਨੇ ਇਸ ਤੋਂ। ਓਕੇ ਆ, ਉਸ ਤੋਂ ਬਾਅਦ ਆਪਾਂ ਨੈਕਸਟ ਮੂਵ ਔਨ ਕਰਦੇ ਹਾਂ ਅਵਾਰਡ 'ਤੇ। ਠੀਕ ਹੈ, ਅਵਾਰਡ ਤੋਂ ਕੁਐਸਚਨ ਆਉਂਦਾ ਪੇਪਰ ਦੇ ਵਿੱਚ। ਦੇਖੋ ਅਵਾਰਡ ਕਿਹੜਾ ਹੈ, ਗਾਂਧੀਅਨ ਯੂਥ ਟੈਕਨੋਲੋਜੀਕਲ ਇਨੋਵੇਸ਼ਨ ਅਵਾਰਡ IIT ਖੜਗਪੁਰ, ਇਹਦਾ ਇਹ ਅਵਾਰਡ ਹੈ, ਇਹਨੂੰ ਹੀ ਮਿਲਿਆ, ਮਤਲਬ IIT ਖੜਗਪੁਰ ਨੂੰ ਇਹ ਅਵਾਰਡ ਮਿਲਿਆ। ਸਭ ਤੋਂ ਪਹਿਲਾਂ ਤੁਹਾਨੂੰ ਅਵਾਰਡ ਦਾ ਨੇਮ ਯਾਦ ਹੋਣਾ ਚਾਹੀਦਾ, ਦੈਨ ਕਿਹਨੂੰ ਇਹ ਅਵਾਰਡ ਮਿਲਿਆ ਹੈ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਇਹ ਅਵਾਰਡ ਕਾਹਦੇ ਲਈ ਮਿਲਿਆ, ਬਹੁਤ ਇੰਟਰਸਟਿੰਗ ਫੈਕਟ ਹੈ ਇਹਦੇ ਪਿੱਛੇ। IIT ਖੜਗਪੁਰ ਦੇ ਜਿਹੜੇ ਰਿਸਰਚਰਸ ਨੇ ਨਾ, ਉਹਨਾਂ ਨੇ ਜਿਹੜੇ ਆਪਾਂ ਕੱਪੜੇ ਧੁੱਪੇ ਨਹੀਂ ਰੱਖਦੇ ਸੁਕਾਉਣ ਲਈ, ਗਿੱਲੇ ਕੱਪੜੇ ਸੁਕਾਉਣ ਲਈ ਰੱਖਦੇ ਹਾਂ, ਉਹਨਾਂ ਤੋਂ ਬਿਜਲੀ ਹੈ ਜਿਹੜੀ ਪ੍ਰੋਡਿਊਸ ਕਰਤੀ ਹੈ ਨਾ, ਬਹੁਤ ਯੂਨੀਕ ਜਿਹੀ ਚੀਜ਼ ਕੀਤੀ ਆ ਨਾ ਉਹਨਾਂ ਨੇ, ਅਤੇ ਓਬਵੀਅਸਲੀ ਹੈਰਾਨੀ ਵਾਲੀ ਗੱਲ ਹੈ। ਤਾਂ ਇਸੇ ਇਨੋਵੇਸ਼ਨ ਕਰਕੇ ਉਹਨਾਂ ਨੂੰ ਜਿਹੜਾ ਇਹ ਅਵਾਰਡ ਮਿਲਿਆ ਹੈ। ਠੀਕ ਹੈ, IIT ਖੜਗਪੁਰ, ਵੈਰੀ ਇੰਪੋਰਟੈਂਟ, ਅਤੇ ਤੁਸੀਂ ਇਹਨੂੰ ਯਾਦ ਰੱਖਣਾ ਹੈ।
ਆਫਟਰ ਦੈਟ ਆਪਾਂ ਨੈਕਸਟ ਨਿਊਜ਼ ਦੇ ਉੱਤੇ ਮੂਵ ਔਨ ਕਰਦੇ ਹਾਂ, ਦੈਟ ਇਜ਼ CCTV ਸਰਵੇਲੈਂਸ। ਜਿਹੜਾ CCTV ਸਰਵੇਲੈਂਸ ਹੈ ਨਾ, ਮਤਲਬ CCTV ਰਾਹੀਂ ਨਿਗਰਾਨੀ ਰੱਖਣ ਦੇ ਵਿੱਚ ਹੈਦਰਾਬਾਦ ਟੌਪ 'ਤੇ ਰਿਹਾ, ਮਤਲਬ 1 ਨੰਬਰ 'ਤੇ ਇੰਡੀਆ ਦੇ ਵਿੱਚੋਂ ਜਿੱਥੇ CCTV ਰਾਹੀਂ ਨਿਗਰਾਨੀ ਰੱਖੀ ਜਾਂਦੀ ਹੈ, ਮਤਲਬ ਉਹਦੇ ਵਿੱਚ ਇਹ ਟੌਪ 'ਤੇ ਰਿਹਾ। ਬ੍ਰਿਟੇਨ ਦੀ ਇੱਕ ਫਰਮ ਹੈ, ਉਹਨੇ ਸਰਵੇ ਕੀਤਾ 1 ਕਰੋੜ ਲੋਕਾਂ ਦੇ ਉੱਤੇ, ਸੌਰੀ 1 ਕਰੋੜ ਜਿੱਥੇ ਮਤਲਬ ਓਵਲੇ ਏਰੀਆਜ਼ ਲਏ ਗਏ, ਓਵਲੀਆਂ ਸਿਟੀਜ਼ ਇੱਥੇ ਲਈਆਂ ਗਈਆਂ ਜਿੱਥੋਂ ਦੀ ਪਾਪੂਲੇਸ਼ਨ 1 ਕਰੋੜ ਤੋਂ ਜ਼ਿਆਦਾ ਹੈ, ਆਬਾਦੀ 1 ਕਰੋੜ ਤੋਂ ਜ਼ਿਆਦਾ ਹੈ, ਹੈ ਨਾ। ਤਾਂ ਹੈਦਰਾਬਾਦ ਨੂੰ ਵੀ ਵਿੱਚ ਕਾਊਂਟ ਕੀਤਾ ਗਿਆ ਉਹਦੇ, ਠੀਕ ਹੈ। ਅਤੇ ਇੱਥੇ ਇਹ ਰਿਹਾ ਟੌਪ ਦੇ ਉੱਤੇ ਇੰਡੀਆ ਦੇ ਵਿੱਚੋਂ, ਮਤਲਬ ਇੰਡੀਆ ਦੇ ਵਿੱਚੋਂ ਤਾਂ ਟੌਪ 'ਤੇ ਰਿਹਾ, ਓਕੇ। ਬਟ ਓਵਰਆਲ ਇਹਦਾ ਜਿਹੜਾ ਰੈਂਕ ਹੈ 16ਵਾਂ ਹੈ। ਇੰਡੀਆ 'ਚੋਂ ਤਾਂ ਪਹਿਲੇ ਨੰਬਰ 'ਤੇ ਹੈ, ਬਟ ਪੂਰੇ ਵਰਲਡ ਦੇ ਵਿੱਚੋਂ ਪਹਿਲੇ ਨੰਬਰ 'ਤੇ ਨਹੀਂ ਹੈ ਹੈਦਰਾਬਾਦ, ਉੱਥੇ ਦਾ ਰੈਂਕ 16ਵਾਂ ਹੈ, ਠੀਕ ਹੈ। ਤਾਂ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਓਵਰਆਲ 1 ਨੰਬਰ 'ਤੇ ਕੌਣ ਹੈ, ਟੌਪ 'ਤੇ ਕੌਣ ਹੈ। ਤਾਂ ਓਬਵੀਅਸਲੀ ਦੇਖੋ ਕੀ ਹੈ, ਤਾਈ ਯੂਆਨ। ਹੁਣ ਜੇ ਮੈਂ ਨਾਂ ਵੀ ਦੱਸਾਂ ਵੀ ਇਹ ਕਿੱਥੇ ਪੈਂਦਾ ਹੈ, ਕਿਹੜੀ ਕੰਟਰੀ ਦੇ ਵਿੱਚ ਜਗ੍ਹਾ ਹੋਊਗੀ, ਤਾਂ ਤੁਸੀਂ ਟ੍ਰਿਕ ਬੇਸ ਵੀ ਲਾ ਸਕਦੇ ਹੋ, ਕਿਉਂਕਿ ਇਹੋ ਜਿਹੇ ਜਿਹੜੇ ਨੇਮਸ ਹੁੰਦੇ ਨੇ ਉਹ ਚਾਈਨਾ ਦੇ ਹੀ ਹੁੰਦੇ ਨੇ, ਠੀਕ ਹੈ ਜੀ। ਚਾਈਨਾ ਦੇ ਵਿੱਚ ਇਹ ਰਿਹਾ ਟੌਪ ਦੇ ਉੱਤੇ। ਇੰਡੀਆ ਦੇ ਵਿੱਚੋਂ ਟੌਪ 'ਤੇ ਪੁੱਛ ਲੈਣ ਹੈਦਰਾਬਾਦ ਹੈ, ਬਟ ਓਵਰਆਲ ਰੈਂਕ ਇਹਦਾ ਪੁੱਛ ਲੈਣ ਤਾਂ 16ਵਾਂ ਹੈ। ਦੋਨੋਂ ਤਰੀਕਿਆਂ ਨਾਲ ਕੁਐਸਚਨ ਪੇਪਰ ਦੇ ਵਿੱਚ ਆ ਸਕਦਾ, ਅਤੇ ਤੁਹਾਨੂੰ ਦੋਨੋਂ ਤਰੀਕਿਆਂ ਨਾਲ ਹੀ ਇਹ ਪਤਾ ਹੋਣਾ ਚਾਹੀਦਾ। ਓਕੇ ਆ ਜੀ। ਹਾਂਜੀ, ਨੈਕਸਟ ਨਿਊਜ਼ ਆਪਣੀ ਹੈਗੀ ਬੁੱਕ ਲਾਂਚ ਤੋਂ। ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਬੁੱਕ ਲਾਂਚ ਤੋਂ ਪੇਪਰ ਦੇ ਵਿੱਚ ਕੁਐਸਚਨ ਆਉਂਦਾ, ਠੀਕ ਹੈ। ਸਵੱਛ ਭਾਰਤ ਕ੍ਰਾਂਤੀ, ਹਾਂਜੀ ਸਵੱਛ ਭਾਰਤ ਕ੍ਰਾਂਤੀ, ਇਹ ਕੀ ਹਿੰਦੀ ਟਰਾਂਸਲੇਸ਼ਨ ਹੈ ਸਵੱਛ ਭਾਰਤ ਰੈਵੋਲਿਊਸ਼ਨ ਦਾ। ਸਵੱਛ ਭਾਰਤ ਇੱਕ ਰੈਵੋਲਿਊਸ਼ਨ ਇੱਕ ਬੁੱਕ ਹੈ, ਉਹਦਾ ਹਿੰਦੀ ਵਰਜ਼ਨ ਆਇਆ ਸਵੱਛ ਭਾਰਤ ਕ੍ਰਾਂਤੀ, ਠੀਕ ਹੈ। ਮਾੜਾ ਧਿਆਨ ਨਾਲ ਸਮਝ ਲਿਓ, ਸਵੱਛ ਭਾਰਤ ਰੈਵੋਲਿਊਸ਼ਨ ਇੱਕ ਬੁੱਕ ਹੈ, ਉਹਦਾ ਹੁਣ ਹਿੰਦੀ ਟਰਾਂਸਲੇਸ਼ਨ ਆਇਆ ਆਹ ਵਾਲਾ ਸਵੱਛ ਭਾਰਤ ਕ੍ਰਾਂਤੀ, ਠੀਕ ਹੈ। ਇਹੀ ਨਵਾਂ ਹੁਣ ਲਾਂਚ ਹੋਇਆ। ਅੱਛਾ, ਇਹਨੂੰ ਲਾਂਚ ਕਿਹਨੇ ਕੀਤਾ? ਲਾਂਚ ਕੀਤਾ ਕਿਹਨੇ ਹੈ? ਨੇਮ ਨੋਟ ਕਰੋ, ਗਜੇਂਦਰ ਸਿੰਘ ਸ਼ੇਖਾਵਤ। ਮੈਂ ਲਿਖ ਦਿੰਦੀ ਹਾਂ, ਗਜੇਂਦਰ ਸਿੰਘ ਸ਼ੇਖਾਵਤ, ਠੀਕ ਹੈ। ਅਤੇ ਨਾਲ ਇਹਨਾਂ ਦੇ ਹੋਰ ਕਿਹਨੇ ਲਾਂਚ ਕੀਤੀ ਹੈ? ਸਿਮ੍ਰਿਤੀ ਇਰਾਨੀ, ਆਪਣੇ ਯੂਨੀਅਨ ਮਿਨਿਸਟਰ ਨੇ। ਦੋਨੋਂ ਦੇ ਨੇਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਪੁੱਛ ਸਕਦੇ ਨੇ। ਇੱਥੋਂ ਕੁਐਸਚਨ ਕਿਵੇਂ ਬਣ ਸਕਦਾ, ਦੇਖੋ ਪੁੱਛ ਲੈਣਗੇ ਤੁਹਾਨੂੰ ਜਿਹੜੀ ਸਵੱਛ ਭਾਰਤ ਕ੍ਰਾਂਤੀ ਹੈ, ਲਾਂਚ ਬਾਏ, ਪਹਿਲਾ ਆਪਸ਼ਨ ਦੇ ਦੇਣਗੇ ਤੁਹਾਨੂੰ ਗਜੇਂਦਰ ਸਿੰਘ ਸ਼ੇਖਾਵਤ, ਠੀਕ ਹੈ। ਦੂਜਾ ਆਪਸ਼ਨ ਦੇ ਦੇਣਗੇ ਤੁਹਾਨੂੰ ਸਿਮ੍ਰਿਤੀ ਇਰਾਨੀ, ਠੀਕ ਹੈ। ਤੀਜੇ ਆਪਸ਼ਨ ਦੇ ਵਿੱਚ ਦੇ ਦੇਣਗੇ ਤੁਹਾਨੂੰ ਬੋਥ, ਕਿ ਦੋਨਾਂ ਦੁਆਰਾ ਹੀ ਲਾਂਚ ਕੀਤੀ ਗਈ। ਚੌਥੇ 'ਚ ਦੇ ਦੇਣਗੇ ਨਨ, ਕਿਸੇ ਦੁਆਰਾ ਵੀ ਨਹੀਂ। ਤਾਂ ਉੱਥੇ ਆਪਸ਼ਨ ਆਊਗਾ ਬੋਥ ਆਨਸਰ, ਠੀਕ ਹੈ। ਤਾਂ ਧਿਆਨ ਨਾਲ ਇਹਨੂੰ ਯਾਦ ਕਰ ਲਿਓ, ਠੀਕ ਹੈ ਜੀ। ਓਕੇ, ਹੁਣ ਦੇਖੋ ਆਇਆ ਸਵੱਛ ਭਾਰਤ ਰੈਵੋਲਿਊਸ਼ਨ, ਆਪਾਂ ਕਿਹਾ ਨਾ ਕਿ ਇਹਦਾ ਹਿੰਦੀ ਵਰਜ਼ਨ ਹੈ ਉਹ, ਹੈ ਨਾ, ਟਰਾਂਸਲੇਸ਼ਨ ਹੈਗਾ। ਤਾਂ ਜਿਹੜਾ ਸਵੱਛ ਭਾਰਤ ਰੈਵੋਲਿਊਸ਼ਨ ਹੈ, ਇਹਨੂੰ ਕਿਹਨੇ ਲਿਖਿਆ ਹੈ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਇਹਨੂੰ ਲਿਖਿਆ ਹੈ ਪਰਮੇਸ਼ਵਰਨ ਅਈਅਰ, ਇਹਨਾਂ ਨੇ ਲਿਖਿਆ। ਧਿਆਨ ਨਾਲ ਇਹਨੂੰ ਯਾਦ ਤੁਸੀਂ ਕਰ ਲਿਓ। ਹਾਂਜੀ, ਉਸ ਤੋਂ ਬਾਅਦ ਇੱਕ ਹੋਰ ਬੁੱਕ ਆਪਾਂ ਨੇ ਕਰਨੀ ਹੈ, ਨਿਰੂਪਮਾ ਯਾਦਵ। ਇਹਨਾਂ ਦੀ ਬੁੱਕ ਹੈ ਸਪੈਸ਼ਲ ਕੋਡ ਟੂ ਵਿਨ ਬੁੱਕ ਹੈ, ਡਾਇਰੈਕਟ ਹੀ ਯਾਦ ਰੱਖਣੀ ਹੈ ਤੁਸੀਂ ਇੱਥੇ। ਨਿਰੂਪਮਾ ਯਾਦਵ ਨੇ ਕਿਹੜੀ ਬੁੱਕ ਲਿਖੀ ਹੈ? ਸਪੈਸ਼ਲ ਕੋਡ ਟੂ ਵਿਨ, ਇਹ ਬੁੱਕ ਦਾ ਨੇਮ ਹੈ, ਠੀਕ ਹੈ। ਧਿਆਨ ਨਾਲ ਇਹਨੂੰ ਯਾਦ ਤੁਸੀਂ ਕਰ ਲੈਣਾ। ਹਾਂਜੀ, ਅਗਲੀ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਬਹੁਤ ਸਾਰੇ ਸਟੈਟਿਕ ਫੈਕਟ ਤੁਹਾਨੂੰ ਇਸ ਨਿਊਜ਼ ਦੇ ਉੱਤੋਂ ਦੱਸਣੇ ਨੇ ਮੈਂ, ਸੁਣੋ ਧਿਆਨ ਨਾਲ। ਕੀ ਹੈ ਨਿਊਜ਼ ਇਹ? ਰਾਮ ਮੰਦਿਰ ਅਯੋਧਿਆ। ਰਾਮ ਮੰਦਿਰ ਆਪਾਂ ਨੂੰ ਪਤਾ ਨਿਰਮਾਣ, ਹੈ ਨਾ, ਮਤਲਬ ਇਹਦਾ ਇਨੈਗੋਰੇਸ਼ਨ ਹੋ ਗਿਆ, ਹੈ ਨਾ, ਅਯੋਧਿਆ ਦੇ ਵਿੱਚ। ਆਪਾਂ ਨੂੰ ਪਤਾ 5 ਅਗਸਤ 2020 ਨੂੰ ਨਰਿੰਦਰ ਮੋਦੀ ਜੀ ਨੇ ਭੂਮੀ ਪੂਜਨ ਕੀਤਾ ਰਾਮ ਮੰਦਿਰ ਦਾ। ਭੂਮੀ ਪੂਜਨ ਕੀਤਾ ਰਾਮ ਮੰਦਿਰ ਦਾ। ਇਹ ਵੀ ਯਾਦ ਰੱਖਿਓ, ਕੀਤਾ ਕਿਹਨੇ? ਨਰਿੰਦਰ ਮੋਦੀ ਜੀ ਨੇ। ਆਪਾਂ ਸਾਰਿਆਂ ਨੇ ਜਿਵੇਂ ਕਿ ਨਿਊਜ਼ ਦੇ ਵਿੱਚ ਦੇਖਿਆ ਹੀ ਹੈ। ਆਪਾਂ ਖਾਲੀ ਸਲਾਈਡ ਖੋਲ੍ਹ ਲੈਂਦੇ ਹਾਂ, ਉਹਦੇ ਵਿੱਚ ਤੁਹਾਨੂੰ ਇਹਦੇ ਨਾਲ ਰਿਲੇਟਡ ਬਹੁਤ ਸਾਰੇ ਫੈਕਟ ਦੱਸਣੇ ਨੇ, ਧਿਆਨ ਨਾਲ ਨੋਟ ਕਰੀ ਜਾਈਓ। ਦੇਖੋ ਇੱਕ ਇੱਕ ਪੁਆਇੰਟ ਇਹਦੇ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਮ ਮੰਦਿਰ ਤੋਂ, ਬਿਕੋਜ਼ ਇਹ ਕਾਫੀ ਮਤਲਬ ਵਿਵਾਦ ਦੇ ਵਿੱਚ ਰਹਿ ਕੇ ਇਹ ਐਂਡ 'ਤੇ ਡਿਸੀਜ਼ਨ ਇਹ ਮਿਲਿਆ ਕਿ ਇੱਥੇ ਬਣੂਗਾ। ਤਾਂ ਸਾਰੀਆਂ ਡੇਟਸ ਕਾਫੀ ਸਾਰੀਆਂ ਇਹਦੇ ਨਾਲ ਰਿਲੇਟਡ ਨੇ, ਤਾਂ ਇੱਕ ਇੱਕ ਡੇਟ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਦੇਖੋ ਡੇਟ ਕਿਹੜੀ ਤੁਸੀਂ ਨੋਟ ਕਰਨੀ ਹੈ। 5 ਅਗਸਤ ਵਾਲੀ ਤਾਂ ਤੁਸੀਂ ਕਰ ਹੀ ਲਈ, 2020 ਨੂੰ ਜਦੋਂ ਭੂਮੀ ਪੂਜਨ ਕੀਤਾ ਰਾਮ ਮੰਦਿਰ ਦਾ ਅਯੋਧਿਆ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ 1528 ਤੋਂ। 1528 ਦੇ ਵਿੱਚ ਬਾਬਰ ਨੇ ਇੱਥੇ ਬਾਬਰੀ ਮਸਜਿਦ ਦਾ ਨਿਰਮਾਣ ਕਰਾਇਆ ਸੀ। ਬਾਬਰ ਨੇ ਇੱਥੇ ਕਾਹਦਾ ਨਿਰਮਾਣ ਕਰਾਇਆ ਸੀਗਾ? ਬਾਬਰੀ ਮਸਜਿਦ ਦਾ। ਬਾਬਰੀ ਮਸਜਿਦ ਦਾ ਯਾਦ ਰੱਖਣਾ ਹੈ। ਇੱਥੋਂ ਤੁਹਾਨੂੰ ਦੋ ਤਰੀਕੇ ਨਾਲ ਯਾਦ ਹੋ ਜੂ। ਦੇਖੋ ਇੱਕ ਤਾਂ ਤੁਹਾਨੂੰ ਇਹ ਪਤਾ ਲੱਗ ਜੂ ਕਿ 1528 'ਚ ਯਾਦ ਹੋਇਆ ਸੀ ਈਸਵੀ, ਬਹੁਤ ਇੰਪੋਰਟੈਂਟ ਹੈ, ਹਿਸਟਰੀ ਦਾ ਪਾਰਟ ਕਵਰ ਹੋ ਰਿਹਾ ਦੇਖੋ।
ਤੇ ਇੱਕ ਤੁਹਾਨੂੰ ਪਤਾ ਲੱਗ ਜੂ ਕਿ ਬਾਬਰੀ ਮਸਜਿਦ ਸੀ ਇੱਥੇ, ਤੇ ਉਹਦਾ ਨਿਰਮਾਣ ਕਿਹਨੇ ਕਰਾਇਆ ਸੀ? ਬਾਬਰ ਨੇ ਕਰਵਾਇਆ ਸੀ ਖੁਦ। ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ ਤੁਸੀਂ ਯਾਦ ਰੱਖਣਾ, ਨਾਲ ਨਾਲ ਨੋਟ ਕਰੀ ਜਾਈਓ, ਦੇਖੋ ਜਲਦੀ ਜਲਦੀ, ਠੀਕ ਹੈ। ਉਸ ਤੋਂ ਬਾਅਦ ਅਗਲੀ ਡੇਟ ਦੇਖੋ 6 ਦਸੰਬਰ 1992। 6 ਦਸੰਬਰ 1992 ਦੇ ਵਿੱਚ ਇੱਥੇ ਕੀ ਹੋ ਗਏ ਸੀਗੇ? ਦੰਗੇ ਹੋ ਗਏ ਸੀਗੇ, ਠੀਕ ਹੈ। ਜਿਹੜੇ ਦੰਗੇ ਹੋ ਗਏ ਸੀ ਉਹ ਦੋ ਗੁੱਟਾਂ ਦੇ ਵਿਚਾਲੇ ਹੋਏ ਸੀ। ਉਹ ਕਿਹੜੇ ਕਿਹੜੇ ਗੁੱਟ ਨੇ? ਹਿੰਦੂ ਤੇ ਮੁਸਲਿਮਸ। ਹਿੰਦੂ ਤੇ ਮੁਸਲਿਮਸ ਦੇ ਵਿੱਚ 6 ਦਸੰਬਰ 1992 ਦੇ ਵਿੱਚ ਇੱਥੇ ਕੀ ਹੋ ਗਏ ਸੀਗੇ? ਦੰਗੇ ਹੋ ਗਏ ਸੀਗੇ, ਠੀਕ ਹੈ। ਤੇ ਉਹਨਾਂ ਨੇ ਜਿਹੜੀ ਇਹ ਬਾਬਰੀ ਮਸਜਿਦ ਸੀਗੀ, ਕਾਰ ਸੇਵਕਾਂ ਨੇ ਬਿਲਕੁਲ ਕੀ ਕਰਤੀ ਸੀਗੀ? ਢਾਤੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਜਿਹੜੀ ਡੇਟ ਹੈ ਉਹ ਹੈਗੀ ਹੈ 16 ਦਸੰਬਰ 1992। 16 ਦਸੰਬਰ 1992 ਦੇ ਵਿੱਚ ਕੀ ਹੋਇਆ? ਜਾਂਚ ਲਈ ਲਿਬਰਨ ਆਯੋਗ ਦਾ ਗਠਨ ਕੀਤਾ ਗਿਆ। ਇਸ ਜਿਹੜਾ ਇਹ ਵਿਵਾਦ ਹੋਇਆ, ਦੰਗੇ ਹੋਏ ਹੈ ਨਾ, ਤੇ ਮਤਲਬ ਇਹ ਸਾਰੇ ਮਸਲੇ ਨੂੰ ਦੀ ਜਾਂਚ ਪੜਤਾਲ ਕਰਨ ਲਈ ਇੱਕ ਆਯੋਗ ਦਾ ਗਠਨ ਕੀਤਾ ਗਿਆ। ਉਹ ਆਯੋਗ ਦਾ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ, ਲਿਬਰਾਹਨ ਆਯੋਗ। ਇਹਦਾ ਕੀ ਕੀਤਾ ਗਿਆ? ਗਠਨ ਕੀਤਾ ਗਿਆ, ਠੀਕ ਹੈ। ਇਹ ਨਾਮ ਤੁਸੀਂ ਯਾਦ ਰੱਖਣਾ, ਪੁੱਛਿਆ ਜਾ ਸਕਦਾ ਹੈ ਪੇਪਰ ਦੇ ਵਿੱਚ। ਉਸ ਤੋਂ ਬਾਅਦ ਅਗਲੀ ਇੰਪੋਰਟੈਂਟ ਡੇਟ ਹੈਗੀ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ 30 ਸਤੰਬਰ 2010। 30 ਸਤੰਬਰ 2010 ਨੂੰ ਕੀ ਹੋਇਆ? ਇਲਾਹਾਬਾਦ ਹਾਈ ਕੋਰਟ ਨੇ ਜਿਹੜੀ ਇਹ ਵਿਵਾਦਿਤ ਜ਼ਮੀਨ ਸੀਗੀ ਇਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਊਗਾ, ਇਹ ਚੀਜ਼ ਦਾ ਕੀ ਕੀਤਾ? ਮਤਲਬ ਐਲਾਨ ਕੀਤਾ, ਡਿਸੀਜ਼ਨ ਦਿੱਤਾ। ਕਿਹਨੇ ਦਿੱਤਾ? ਇਲਾਹਾਬਾਦ ਕੋਰਟ ਨੇ ਕੀ ਡਿਸੀਜ਼ਨ ਕੀਤਾ ਕਿ ਜਿਹੜੀ ਇਹ ਸਾਰੀ ਜ਼ਮੀਨ ਹੈ ਇਹਨੂੰ 3 ਪਾਰਟਸ ਦੇ ਵਿੱਚ ਕੀ ਕੀਤਾ ਜਾਊਗਾ? ਡਿਵਾਈਡ ਕੀਤਾ ਜਾਊਗਾ। ਅੱਛਾ, ਹੁਣ ਇਹ 3 ਪਾਰਟ ਕਿਹੜੇ ਸੀ? ਮੰਨ ਲਓ ਆ ਸਾਰੀ ਕੀ ਹੈ? ਜ਼ਮੀਨ ਹੈ, ਇਹਦੇ ਕਹਿੰਦੇ 3 ਪਾਰਟ ਕੀਤੇ ਜਾਣਗੇ। ਹੁਣ ਇਹ 3 ਪਾਰਟ ਕਿਹੜੇ ਕਿਹੜੇ ਸੀਗੇ? ਵੀ ਇੱਕ ਪਾਰਟ ਦੇ ਉੱਤੇ ਤਾਂ ਰਾਮ ਮੰਦਿਰ ਲਈ, ਦੂਜੇ ਪਾਰਟ ਦੇ ਉੱਤੇ ਸੁੰਨੀ ਵਕਫ ਬੋਰਡ ਨੂੰ ਦਿੱਤਾ ਜਾਊਗਾ, ਸੁੰਨੀ ਵਕਫ ਬੋਰਡ, ਤੇ ਥਰਡ ਪਾਰਟ ਨਿਰਮੋਹੀ ਅਖਾੜਾ ਲਈ, ਨਿਰਮੋਹੀ ਅਖਾੜਾ ਲਈ, ਠੀਕ ਹੈ, ਅਖਾੜੇ ਲਈ, ਠੀਕ ਹੈ। ਬਟ ਇਹ ਤੋਂ ਬਾਅਦ ਕੀ ਹੋਇਆ? 2011 ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਇਹ ਇਲਾਹਾਬਾਦ ਕੋਰਟ ਦਾ ਜਿਹੜਾ ਡਿਸੀਜ਼ਨ ਸੀਗਾ ਇਲਾਹਾਬਾਦ ਕੋਰਟ ਦਾ, ਉਹਨੂੰ ਕੀ ਕਰਤਾ? ਨੈਗਲੈਕਟ ਕਰਤਾ ਬਿਲਕੁਲ ਤਰੀਕੇ ਨਾਲ, ਠੀਕ ਹੈ। ਇਹਨੂੰ ਤੁਸੀਂ ਯਾਦ ਰੱਖਣਾ, ਨੈਗਲੈਕਟ ਕਰਤਾ ਸੀਗਾ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਜਿਹੜੀ ਡੇਟ ਹੈ ਉਹ ਕਿਹੜੀ ਹੈਗੀ ਆ? 9 ਨਵੰਬਰ 2019। 9 ਨਵੰਬਰ 2019 ਨੂੰ ਕੀ ਹੋਇਆ? ਸੁਪਰੀਮ ਕੋਰਟ ਨੇ ਵਿਵਾਦਿਤ ਜਿਹੜੀ ਇਹ ਜ਼ਮੀਨ ਹੈ ਇਹਦੇ 'ਤੇ ਕੀ ਰਾਮ ਮੰਦਿਰ ਬਿਲਟ ਕੀਤਾ ਜਾਊਗਾ, ਰਾਮ ਮੰਦਿਰ ਬਿਲਟ ਕੀਤਾ ਜਾਊਗਾ, ਇਹ ਸੁਪਰੀਮ ਕੋਰਟ ਨੇ ਡਿਸੀਜ਼ਨ ਦਿੱਤਾ, ਠੀਕ ਹੈ ਜੀ। ਇਹ ਯਾਦ ਰੱਖਣਾ, ਡੇਟ ਬਹੁਤ 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 ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। 9 ਨਵੰਬਰ 2019। ਦੇਖੋ 9 ਦੀ ਸਾਊਂਡ ਇਹਦੇ 'ਚ ਜ਼ਿਆਦਾ ਹੈ, ਨਵੰਬਰ N ਤੋਂ 9 ਪੈਂਦਾ, N ਤੋਂ ਨਵੰਬਰ ਪੈਂਦਾ, 9 2019 ਦੇ ਪਿੱਛੇ ਵੀ 9 ਪੈਂਦਾ। ਆਪਾਂ ਨੂੰ ਪਤਾ ਪਿਛਲੇ ਸਾਲ ਡਿਸੀਜ਼ਨ ਆਇਆ ਸੀ, ਇਹ ਚੀਜ਼ ਦਾ ਆਪਾਂ ਨੂੰ ਪਤਾ ਹੈ, ਤਾਂ ਇਹਨੂੰ ਤੁਸੀਂ ਯਾਦ ਰੱਖਣਾ ਤਰੀਕੇ ਨਾਲ ਕਿ ਰਾਮ ਮੰਦਿਰ ਬਣਾਇਆ ਜਾਊਗਾ ਇਸ ਜ਼ਮੀਨ ਦੇ ਉੱਤੇ। ਇਹ ਡਿਸੀਜ਼ਨ ਇਹਨਾਂ ਨੇ ਕੀ ਦਿੱਤਾ ਸੀਗਾ, ਤੇ ਕਹਿੰਦੇ ਵੀ ਜਿਹੜੇ ਮੁਸਲਿਮ ਪੱਖ ਨੇ ਉਹਨਾਂ ਨੂੰ ਮਸਜਿਦ ਲਈ ਕਿਤੇ ਹੋਰ ਜਗ੍ਹਾ ਦਿੱਤੀ ਜਾਊਗੀ, ਠੀਕ ਹੈ। ਔਰ ਇਹ ਜਿਹੜਾ ਡਿਸੀਜ਼ਨ ਸੀਗਾ, ਇਸ ਡਿਸੀਜ਼ਨ ਦੇ ਡਿਊਰਿੰਗ ਆਪਣੇ ਚੀਫ ਜਸਟਿਸ ਕੌਣ ਸੀਗੇ? ਰੰਜਨ ਗਗੋਈ ਆਪਣੇ ਚੀਫ ਜਸਟਿਸ ਸੀਗੇ, ਠੀਕ ਹੈ। ਤੇ ਇਹਨਾਂ ਦੇ ਨਾਲ ਮਤਲਬ 5 ਜੱਜਾਂ ਦੇ ਜੱਜ ਸੀਗੇ ਵਿਦ ਇਹਨਾਂ ਦੇ ਨਾਲ, ਤੇ ਉਹਨਾਂ ਦੇ ਨਾਲ ਹੀ ਇਹਨਾਂ ਨੇ ਕੀ ਦਿੱਤਾ? ਡਿਸੀਜ਼ਨ ਦਿੱਤਾ ਸੀਗਾ ਇਹ, ਠੀਕ ਹੈ ਜੀ। ਕਲੀਅਰ ਹੈ ਉਰੋਂ ਤੱਕ? ਦੇਖੋ ਇਹਦੇ ਨਾਲ ਰਿਲੇਟਡ ਆਪਾਂ ਜਿਹੜੇ ਸਾਰੇ ਪੁਆਇੰਟਸ ਨੇ ਉਹ ਸਮਾਰ ਕੇ ਤਰੀਕੇ ਨਾਲ ਯਾਦ ਕਰਨੇ ਨੇ, ਕੋਈ ਵੀ ਕਨਫਿਊਜ਼ਨ ਤੁਹਾਨੂੰ ਨਹੀਂ ਹੋਣੀ ਚਾਹੀਦੀ। ਇੱਕ ਵਾਰ ਦੁਬਾਰਾ ਤੋਂ ਆਪਾਂ ਸਮ ਅਪ ਕਰਕੇ ਦੁਬਾਰਾ ਤੁਹਾਨੂੰ ਦੱਸ ਦਿੰਦੀ ਹਾਂ ਵੀ ਆਪਾਂ ਕਿਹੜੀਆਂ ਡੇਟਸ ਕੀਤੀਆਂ। ਸਭ ਤੋਂ ਪਹਿਲਾਂ ਆਪਾਂ ਨੇ 1528 'ਚ ਕੀਤਾ ਸੀਗਾ ਕਿ ਬਾਬਰੀ ਮਸਜਿਦ ਬਾਬਰ ਨੇ ਬਣਵਾਈ, ਹੈ ਨਾ। ਉਸ ਤੋਂ ਬਾਅਦ ਆਪਾਂ ਡੇਟ ਕੀਤੀ ਸੀ 6 ਦਸੰਬਰ 1992 ਨੂੰ ਕਾਰ ਸੇਵਕਾਂ ਨੇ ਇਹਨੂੰ ਢਾਹ ਦਿੱਤਾ ਸੀਗਾ, ਤੇ ਹਿੰਦੂ ਮੁਸਲਿਮਸ ਦੇ ਕੀ ਹੋ ਗਏ ਸੀਗੇ? ਦੰਗੇ ਹੋ ਗਏ ਸੀਗੇ। ਦੈਨ 6 ਤੋਂ ਬਾਅਦ ਦੇਖੋ 16 ਆ ਜਾਊਗਾ, ਉਹੀ ਦਸੰਬਰ ਹੈ, ਉਹੀ 1992 ਹੈ। ਇਸ ਤਰੀਕ ਨੂੰ ਕੀ ਹੋਇਆ? ਜਾਂਚ ਲਈ ਲਿਬਰਾਹਨ ਆਯੋਗ ਦਾ ਕੀ ਹੈ? ਗਠਨ ਕੀਤਾ ਗਿਆ, ਠੀਕ ਹੈ। ਉਸ ਤੋਂ ਬਾਅਦ 30 ਸਤੰਬਰ 2010 ਨੂੰ ਇਲਾਹਾਬਾਦ ਕੋਰਟ ਨੇ ਇਸ ਜ਼ਮੀਨ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰਨ ਦਾ ਐਲਾਨ ਦਿੱਤਾ ਸੀਗਾ। ਉਹ 3 ਪਾਰਟਸ ਦੇ ਨੇਮ ਯਾਦ ਕਰ ਲਿਓ, ਰਾਮ ਮੰਦਿਰ, ਹੈ ਨਾ, ਸੁੰਨੀ ਵਕਫ ਬੋਰਡ, ਤੇ ਤੀਜਾ ਸੀ ਨਿਰਮੋਹੀ ਅਖਾੜਾ, ਹੈ ਨਾ। ਉਸ ਤੋਂ ਬਾਅਦ 2011 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਡਿਸੀਜ਼ਨ ਨੂੰ ਕੀ ਕਰਤਾ ਸੀਗਾ? ਨੈਗਲੈਕਟ ਕਰਤਾ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਆਫਟਰ ਦੈਟ ਸਭ ਤੋਂ ਇੰਪੋਰਟੈਂਟ ਜਿਹੜੀ ਇਹਦੇ ਵਿੱਚ ਡੇਟ ਹੈਗੀ ਆ ਉਹ ਹੈਗੀ 9 ਨਵੰਬਰ 2019। ਇਸ ਦੇ ਉੱਤੇ ਰੰਜਨ ਗਗੋਈ ਆਪਣੇ ਚੀਫ ਜਸਟਿਸ ਸੀਗੇ ਉਸ ਟਾਈਮ ਦੇ ਇੰਡੀਆ ਦੇ, ਉਹਨਾਂ ਨੇ
ਪੰਜ ਜੱਜਾਂ ਨਾਲ ਮਤਲਬ ਇਹ ਡਿਸੀਜ਼ਨ ਦਿੱਤਾ ਸੀਗਾ ਕਿ ਇਸ ਜਗ੍ਹਾ ਦੇ ਉੱਤੇ ਰਾਮ ਮੰਦਿਰ ਹੈ, ਜਿਹੜਾ ਰਾਮ ਮੰਦਿਰ ਹੈ ਉਹਨੂੰ ਕੀ ਕੀਤਾ ਜਾਊਗਾ, ਬਿਲਟ ਕੀਤਾ ਜਾਊਗਾ। ਠੀਕ ਹੈ, ਇਹ ਦਿੱਤਾ ਸੀ ਡਿਸੀਜ਼ਨ। ਹੁਣ ਦੇਖੋ ਤੁਹਾਨੂੰ ਸਾਰੇ ਜਿਹੜੇ ਇਹਦੇ ਨਾਲ ਰਿਲੇਟਡ ਫੈਕਟ ਨੇ, ਡੇਟਸ ਨੇ, ਸਾਰੀਆਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ, ਕੋਈ ਵੀ ਕਨਫਿਊਜ਼ਨ ਇਹਦੇ 'ਚ ਤੁਹਾਨੂੰ ਨਹੀਂ ਹੋਣੀ ਚਾਹੀਦੀ। ਹਾਂਜੀ, ਉਸ ਤੋਂ ਬਾਅਦ ਆ ਗਿਆ ਆਪਣਾ ਪੋਲਰ ਬੀਅਰ ਨਾਲ ਰਿਲੇਟਡ ਜਿਹੜੀ ਨਿਊਜ਼ ਕਰਨੀ ਹੈ ਆਪਾਂ ਨੇ। ਸੌਰੀ, ਪੋਲਰ ਬੀਅਰ ਅਕੋਰਡਿੰਗ ਟੂ ਕਹਿੰਦੇ ਨਿਊ ਰਿਸਰਚ ਪੋਲਰ ਬੀਅਰ ਕੁਡ ਗੋ ਐਕਸਟੈਂਟ ਬਾਏ 2100 ਈਅਰ। ਠੀਕ ਹੈ, ਕਹਿੰਦੇ ਨਵੀਂ ਰਿਸਰਚ ਦੇ ਅਕੋਰਡਿੰਗ ਜਿਹੜੇ ਪੋਲਰ ਬੀਅਰਸ ਨੇ, ਠੀਕ ਹੈ, ਪੋਲਸ ਦੇ ਉੱਤੇ ਜਿਹੜੇ ਬੀਅਰ ਪਾਏ ਜਾਂਦੇ ਨੇ ਉਹਨਾਂ ਨੂੰ ਪੋਲਰ ਬੀਅਰ ਕਹਿ ਦਿੰਦੇ ਆਪਾਂ, ਕਿ ਕੁਡ ਗੋ ਐਕਸਟੈਂਟ, ਹੈ ਨਾ, ਮਤਲਬ ਕੀ ਹੈ, ਖਤਮ ਹੋਣ ਦੀ ਤਾਦਾਦ 'ਤੇ ਹੋਣਗੇ 2100 ਈਅਰ 'ਤੇ। ਠੀਕ ਹੈ, ਇਹ ਤੁਸੀਂ ਧਿਆਨ 'ਚ ਰੱਖਣਾ, 2100 ਈਅਰ ਇੱਥੇ ਇੰਪੋਰਟੈਂਟ ਹੈਗਾ। ਠੀਕ ਹੈ, ਹੁਣ ਇਹ ਕਿਉਂ ਮਤਲਬ ਖਤਮ ਹੋਣ ਦੀ ਤਾਦਾਦ 'ਤੇ ਹੋਣਗੇ, ਦੇਖੋ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈਗੀ, ਕਿਉਂਕਿ ਗਲੋਬਲ ਵਾਰਮਿੰਗ ਹੈ, ਜਿਹੜੀ ਗਲੋਬਲ ਵਾਰਮਿੰਗ ਉਹ ਵੱਧਦੀ ਜਾ ਰਹੀ ਹੈ ਡੇ ਬਾਏ ਡੇ, ਆਪਾਂ ਨੂੰ ਪਤਾ, ਉਹਦੇ ਕਰਕੇ ਹੀਟ ਵੱਧਦੀ ਜਾ ਰਹੀ ਹੈ, ਕਾਰਬਨ ਡਾਈਆਕਸਾਈਡ ਦਾ ਜਿਹੜਾ ਲੈਵਲ ਹੈ ਅਰਥ ਦੇ ਉੱਤੇ ਇਨਕਰੀਜ਼ ਹੁੰਦਾ ਜਾ ਰਿਹਾ, ਗ੍ਰੀਨ ਹਾਊਸ ਇਫੈਕਟ ਵੱਧਦਾ ਜਾ ਰਿਹਾ। ਗ੍ਰੀਨ ਹਾਊਸ ਇਫੈਕਟ ਦੇ ਵਿੱਚ ਕਿਹੜੀਆਂ ਗੈਸਸ ਕਵਰ ਹੋ ਜਾਂਦੀਆਂ ਨੇ, ਦੇਖੋ ਨੋਟ ਕਰ ਲਓ, ਕਈ ਵਾਰੀ ਪੁੱਛ ਲੈਂਦੇ ਨੇ, ਜਿਵੇਂ ਕਾਰਬਨ ਡਾਈਆਕਸਾਈਡ ਹੋ ਗਿਆ, ਮੀਥੇਨ, ਠੀਕ ਹੈ, ਹਾਈਡਰੋਫਲੋਰੋਕਾਰਬਨਸ, ਓਬਵੀਅਸਲੀ ਇਹਦੇ ਵਿੱਚ ਵਾਟਰ ਵੇਪਰਸ ਵੀ ਕਵਰ ਹੁੰਦੇ ਆ, ਵਾਟਰ ਵੇਪਰਸ ਐਂਡ ਓਜ਼ੋਨ ਗੈਸ। ਠੀਕ ਹੈ, ਇਹ ਸਾਰੇ ਕਰਕੇ ਕੀ ਹੈ, ਹੀਟ ਵਗੈਰਾ ਜਿਹੜੀ ਧਰਤੀ ਦੇ ਉੱਤੇ ਬਹੁਤ ਵੱਧਦੀ ਜਾ ਰਹੀ ਹੈ। ਠੀਕ ਹੈ, ਜਿਹਦੇ ਕਰਕੇ ਪੋਲਰ ਬੀਅਰਸ ਦੇ ਉੱਤੇ ਖਤਰਾ ਬਣਿਆ ਹੋਇਆ, ਅਤੇ 2100 ਈਅਰ ਤੱਕ ਇਹ ਮਤਲਬ ਰਿਸਰਚ ਨੇ ਸਾਬਿਤ ਕੀਤਾ ਹੈ ਕਿ ਇਹ ਐਕਸਟਿੰਕਟ ਹੋ ਜਾਣਗੇ। ਠੀਕ ਹੈ, ਇਹ ਵੀ ਚੀਜ਼ ਤੁਸੀਂ ਕੀ ਹੈ, ਯਾਦ ਰੱਖਣੀ ਹੈ। ਹਾਂਜੀ, ਨੈਕਸਟ ਨਿਊਜ਼ ਤੋਂ ਪਹਿਲਾਂ ਇਹ ਤੁਸੀਂ ਕੁਝ ਕੁ ਪੁਆਇੰਟ ਦੱਸਦੇ ਹਾਂ ਤੁਹਾਨੂੰ ਇਹਦੇ ਨਾਲ ਰਿਲੇਟਡ, ਉਹ ਤੁਸੀਂ ਸਾਰੇ ਯਾਦ ਰੱਖਣੇ ਨੇ। ਹੁਣ ਦੇਖੋ ਆਪਾਂ ਗੱਲ ਕੀਤੀ ਹੈ ਕੁਡ ਗੋ ਐਕਸਟੈਂਟ ਦੀ, ਹੈ ਨਾ, ਕਿ ਪੋਲਰ ਬੀਅਰਸ ਦੀ, ਤਾਂ ਇਹ ਤੋਂ ਆਪਾਂ ਨੂੰ ਇੱਕ ਚੀਜ਼ ਆਪਾਂ ਇਹਨੂੰ ਲਿੰਕ ਕਰ ਸਕਦੇ ਹਾਂ IUCN ਨੂੰ। IUCN ਇਹਦੀ ਫੁੱਲ ਫਾਰਮ ਹੁੰਦੀ ਹੈ ਇੰਟਰਨੈਸ਼ਨਲ ਯੂਨੀਅਨ ਕੰਜ਼ਰਵੇਸ਼ਨ ਫਾਰ ਨੇਚਰ। ਦੁਬਾਰਾ ਬੋਲ ਰਹੀ ਹਾਂ, IUCN ਇੰਟਰਨੈਸ਼ਨਲ ਯੂਨੀਅਨ ਕੰਜ਼ਰਵੇਸ਼ਨ ਫਾਰ ਨੇਚਰ। ਠੀਕ ਹੈ, ਮਤਲਬ ਨੇਚਰ ਦੀ ਸੰਭਾਲ ਲਈ ਕੀ ਹੈ, ਇੰਟਰਨੈਸ਼ਨਲ ਲੈਵਲ ਦੇ ਆਰਗੇਨਾਈਜੇਸ਼ਨ ਹੈ, ਜਿਹਦਾ ਹੈੱਡਕੁਆਟਰ ਕਿੱਥੇ ਹੈ, ਤੁਹਾਨੂੰ ਬੇਸਿਕਲੀ ਇਹ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ, ਪੇਪਰ 'ਚ ਕਾਫੀ ਵਾਰ ਪੁੱਛਿਆ ਵੀ ਗਿਆ। ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਕੀ ਹੈ, ਹੈੱਡਕੁਆਟਰ ਹੈ। ਇਹ ਚੀਜ਼ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਇੱਕ ਰੈੱਡ ਡਾਟਾ ਬੁੱਕ ਬਾਰੇ ਪਤਾ ਹੋਣਾ ਚਾਹੀਦਾ। ਰੈੱਡ ਡਾਟਾ ਬੁੱਕ, ਜਿਹੜੀ ਰੈੱਡ ਡਾਟਾ ਬੁੱਕ ਹੈ ਨਾ, ਇਹਨੂੰ ਵੀ IUCN ਹੀ ਪਬਲਿਸ਼ ਕਰਦੀ ਹੈ, IUCN ਹੀ ਇਹਨੂੰ ਪਬਲਿਸ਼ ਕਰਦੀ ਹੈ। ਠੀਕ ਹੈ, ਇਹ ਜਿਹੜੀ ਰੈੱਡ ਡਾਟਾ ਬੁੱਕ ਹੈ, ਰੈੱਡ ਆਪਾਂ ਨੂੰ ਪਤਾ ਵੈਸੇ ਵੀ ਖਤਰੇ ਦਾ ਨਿਸ਼ਾਨ ਹੀ ਹੁੰਦਾ ਹੈ ਨਾ। ਰੈੱਡ ਡਾਟਾ ਬੁੱਕ ਦੇ ਵਿੱਚ ਥ੍ਰੈਟਨਡ ਪਲਾਂਟਸ ਐਂਡ ਥ੍ਰੈਟਨਡ ਐਨੀਮਲਸ, ਕਹਿਣ ਦਾ ਭਾਵ ਥ੍ਰੈਟਨਡ ਸਪੀਸ਼ੀਜ਼ ਨੂੰ ਕਵਰ ਕੀਤਾ ਜਾਂਦਾ, ਮਤਲਬ ਉਹ ਵਾਲੇ ਪੌਦੇ ਅਤੇ ਉਹ ਵਾਲੇ ਐਨੀਮਲਸ ਜਿਹੜੇ ਖਤਮ ਹੋਣ ਦੀ ਤਾਦਾਦ 'ਤੇ ਨੇ, ਠੀਕ ਹੈ, ਉਹਨਾਂ ਨੂੰ ਕਵਰ ਅਪ ਕੀਤਾ ਜਾਂਦਾ ਇਸ ਰੈੱਡ ਡਾਟਾ ਬੁੱਕ ਦੇ ਵਿੱਚ। ਠੀਕ ਹੈ, ਉਹਨਾਂ ਨੂੰ ਮਤਲਬ ਉਹਨਾਂ ਦੇ ਬਾਰੇ ਇਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਰੈੱਡ ਡਾਟਾ ਬੁੱਕ ਹੈ ਇਹਨੂੰ ਪਬਲਿਸ਼ ਕੌਣ ਕਰਦਾ, IUCN ਕੀ ਹੈ, ਇੰਟਰਨੈਸ਼ਨਲ ਯੂਨੀਅਨ ਕੰਜ਼ਰਵੇਸ਼ਨ ਫਾਰ ਨੇਚਰ, ਜਿਹਦਾ ਹੈੱਡਕੁਆਟਰ ਕਿੱਥੇ ਹੈ, ਹਾਂਜੀ ਕਿੱਥੇ, ਗਲੈਂਡ ਸਵਿਟਜ਼ਰਲੈਂਡ ਦੇ ਵਿੱਚ। ਗੁੱਡ। ਹਾਂਜੀ, ਉਸ ਤੋਂ ਬਾਅਦ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਪੋਲਰ ਬੀਅਰਸ ਨੇ ਇਹ ਕਿੱਥੇ ਪਾਏ ਜਾਂਦੇ ਨੇ, ਇਹ ਪਾਏ ਜਾਂਦੇ ਨੇ ਆਰਕਟਿਕ ਓਸ਼ਨ 'ਚ ਪਾਏ ਜਾਂਦੇ ਨੇ ਇਹ। ਠੀਕ ਹੈ, ਇਹ ਵੈਸੇ ਪਤਾ ਹੀ ਹੋਊਗਾ ਤੁਹਾਨੂੰ ਇਹ ਚੀਜ਼ ਤਾਂ। ਚਲੋ ਨੈਕਸਟ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਹਾਂਜੀ, ਨੈਕਸਟ ਨਿਊਜ਼ ਹੈਗੀ ਅਦਰਸ ਬਟ ਇੰਪੋਰਟੈਂਟ ਹੈ। ਠੀਕ ਹੈ, ਇਹਦੇ 'ਚ ਕੀ ਹੈ, ਨੈਸ਼ਨਲ ਬੈਂਕ ਆਫ ਬਹਿਰੀਨ NBB ਨੇ ਹੁਣੀ ਸਿਲੈਕਟ ਕੀਤਾ ਕਿਹਨੂੰ, ਇਨਫੋਸਿਸ ਫਿਨੈਕਲ ਨੂੰ ਹੁਣੇ ਕੀ ਕੀਤਾ, ਸਿਲੈਕਟ ਕੀਤਾ। ਕਾਹਦੇ ਲਈ ਕੀਤਾ, ਦੇਖੋ ਮੇਨ ਚੀਜ਼ ਇੱਥੇ ਇਹ ਹੈ, ਡਿਜੀਟਲੀ ਟਰਾਂਸਫਾਰਮ ਕਰਨ ਲਈ ਉਹਦੀਆਂ ਬੈਂਕਿੰਗ ਟ੍ਰਾਂਜੈਕਸ਼ਨ, ਜਿਹੜੀਆਂ ਵੀ ਉਹ ਬੈਂਕਿੰਗ ਟ੍ਰਾਂਜੈਕਸ਼ਨਸ ਨੇ ਉਹਨੂੰ ਡਿਜੀਟਲਾਈਜ਼ ਕਰਨ ਦੇ ਲਈ ਕਿਹਨੂੰ ਚੁਣਿਆ ਹੈ, ਨੈਸ਼ਨਲ ਬੈਂਕ ਆਫ ਬਹਿਰੀਨ ਨੇ ਇਨਫੋਸਿਸ ਫਿਨੈਕਲ ਨੂੰ। ਡਾਇਰੈਕਟ ਕੁਐਸਚਨ ਇਹ ਤੋਂ ਬਣ ਸਕਦਾ, ਇਹਨੂੰ ਯਾਦ ਰੱਖਿਓ। ਠੀਕ ਹੈ, ਉਸ ਤੋਂ ਬਾਅਦ ਦੇਖੋ ਤੁਹਾਨੂੰ ਬਹਿਰੀਨ ਆਇਆ, ਇੱਥੇ ਬਹਿਰੀਨ ਦੀ ਕੈਪੀਟਲ ਅਤੇ ਕਰੰਸੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਕੈਪੀਟਲ ਹੈਗੀ ਹੈ ਇਹਦੀ ਮਨਾਮਾ, ਅਤੇ ਕਰੰਸੀ ਹੈਗੀ ਇਹਦੀ ਦਿਨਾਰ। ਕਰੰਸੀ ਵੀ ਤੁਹਾਨੂੰ ਇਹਦੀ ਪਤਾ ਹੋਣੀ ਚਾਹੀਦੀ ਹੈ। ਅੱਛਾ ਜੀ, ਇਹਨਾਂ ਦੀ ਕਿੰਗ ਦਾ ਨਾਮ ਨੋਟ ਕਰ ਲਓ। ਹੁਣ ਦੇਖੋ ਕਿੱਡਾ ਵੱਡਾ ਨਾਮ ਹੈਗਾ, ਦੇਖੋ ਇਹਨਾਂ ਦੇ ਕਿੰਗ ਦਾ, ਹਾਮਿਦ ਬਿਨ ਈਸਾ ਅਲੀ ਖਲੀਫਾ। ਇੱਦਾਂ ਦੇ ਨੇਮ ਕਹਿ ਰਹੀ ਸੀ ਮੈਂ ਤੁਹਾਨੂੰ ਕਿ ਕਾਫੀ ਟਿਪੀਕਲ ਜਿਹੇ ਹੁੰਦੇ ਨੇ, ਵੱਡੇ ਜਿਹੇ ਖਲੀਫਾ। ਠੀਕ ਹੈ,
ਹੁਣ ਇਹਦੇ ਮੂਰਲੇ 3 ਅੱਖਰ ਯਾਦ ਕਰ ਲਓ ਜਾਂ ਪਿਛਲੇ 3 ਅੱਖਰ ਯਾਦ ਕਰ ਲਓ, ਜਿਵੇਂ ਵੀ ਤੁਸੀਂ ਕੰਫਰਟੇਬਲ ਹੋ। ਹਮੀਦ ਬਿਨ ਇਸਾ ਇੰਨਾ ਕੁ ਯਾਦ ਕਰ ਲਓ, ਜਾਂ ਇਸਾ ਅਲੀ ਖਲੀਫਾ, ਮਤਲਬ ਸੀਕੁਐਂਸ ਪਤਾ ਹੋਣਾ ਚਾਹੀਦਾ ਤੁਹਾਨੂੰ, ਠੀਕ ਹੈ। 3 ਅੱਖਰ ਨਹੀਂ ਕਲੈਸ਼ ਕਰਦੇ ਹੁੰਦੇ ਦੂਜੇ ਨੇਮ ਦੇ ਵਿੱਚ। ਮੁਹੰਮਦ ਵਗੈਰਾ ਜਿਹੜਾ ਇਹ ਲੱਗ ਜਾਂਦਾ, ਖਲੀਫਾ ਵੀ ਕਈਆਂ ਦੇ ਨਾਮਸ ਦੇ ਪਿੱਛੇ ਆ ਜਾਂਦਾ ਹੁੰਦਾ। ਖਲੀਫਾ ਬੇਸਿਕਲੀ ਹੈਡ ਹੀ ਹੁੰਦਾ ਇੱਕ ਤਰੀਕੇ ਦਾ, ਤਾਂ ਇਹ ਨਾਮ ਕੀ ਹੈ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਨਫੋਸਿਸ ਦੀ ਗੱਲ ਕਰੀਏ ਜੇ ਆਪਾਂ, ਇਨਫੋਸਿਸ ਦਾ ਜਿਹੜਾ ਹੈੱਡਕੁਆਟਰ ਹੈਗਾ ਉਹ ਕਿੱਥੇ ਹੈ ਜੀ, ਬੈਂਗਲੁਰੂ ਦੇ ਵਿੱਚ। ਬੈਂਗਲੁਰੂ ਦੇ ਵਿੱਚ, ਬੈਂਗਲੁਰੂ। ਤੇ ਇਹਦੇ CEO ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਜਿਹੜੇ ਇਹਦੇ ਇਨਫੋਸਿਸ ਦੇ CEO ਨੇ, ਚੀਫ ਐਗਜ਼ੀਕਿਊਟਿਵ ਆਫਿਸਰ ਨੇ, ਉਹਨਾਂ ਦਾ ਨਾਮ ਹੈਗਾ ਸਾਲੀਲ ਪਾਰੇਖ। ਸਾਲੀਲ ਪਾਰੇਖ, ਠੀਕ ਹੈ ਜੀ। ਦੋਨੋਂ ਨਾਮ ਤੁਸੀਂ ਯਾਦ ਰੱਖ ਲਿਓ। ਅੱਛਾ ਜੀ, ਹੁਣ ਆਇਆ ਬੈਂਗਲੁਰੂ। ਬੈਂਗਲੁਰੂ ਪਹਿਲਾਂ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ ਵੀ ਇੱਥੇ ਕਿਹਦਾ ਹੈੱਡਕੁਆਟਰ ਹੈ। ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸਰੋ। ਜਦੋਂ ਵੀ ਬੈਂਗਲੁਰੂ ਆਊਗਾ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਇਸਰੋ ਆਉਣਾ ਚਾਹੀਦਾ ਕਿ ਇਸਰੋ ਦਾ ਹੈੱਡਕੁਆਟਰ ਹੈ ਇੱਥੇ। ਇਸਰੋ ਬਣਿਆ ਕਦੋਂ ਸੀਗਾ, ਮੈਂ ਦੱਸਿਆ ਸੀ ਪਿਛਲੀ ਵਾਰ ਵੀ, ਕਦੋਂ, 1969 ਦੇ ਵਿੱਚ। ਅਤੇ ਇਹਦੇ ਐਟ ਪ੍ਰੈਜ਼ੈਂਟ ਜਿਹੜੇ ਚੇਅਰਮੈਨ ਨੇ ਕੌਣ ਨੇ, ਕੇ ਸਿਵਨ। ਸਿਵਨ ਦੁਬਾਰਾ ਲਿਖ ਦਿੰਦੀ ਹਾਂ, ਕੇ ਸਿਵਨ, ਠੀਕ ਹੈ। ਇਹ ਨਾਮ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਦੱਸਦੀ ਹਾਂ, ਬੈਂਗਲੁਰੂ ਦੇ ਵਿੱਚ ਤੁਸੀਂ ਹੋਰ ਕੀ ਯਾਦ ਰੱਖ ਸਕਦੇ ਹੋ, ਵੀ 3 ਚੀਜ਼ਾਂ ਦੇ ਹੈੱਡਕੁਆਟਰ ਯਾਦ ਰੱਖਣੇ ਆ। ਜਿਵੇਂ ਮੈਂ ਤੁਹਾਨੂੰ ਵਾਸ਼ਿੰਗਟਨ DC ਤੋਂ ਕਰਾਇਆ ਸੀ ਨਾ, ਕਿ ਉੱਥੇ ਨਾਸਾ, IMF ਅਤੇ ਵਰਲਡ ਬੈਂਕ ਦਾ ਹੈੱਡਕੁਆਟਰ ਹੈ। ਜਦੋਂ ਵੀ ਬੈਂਗਲੁਰੂ ਆਊਗਾ 3 ਚੀਜ਼ਾਂ ਦੇ ਹੈੱਡਕੁਆਟਰ ਰਿਵਾਈਜ਼ ਕਰ ਲਿਓ। ਉਹ 3 ਚੀਜ਼ਾਂ ਕਿਹੜੀਆਂ ਨੇ, ਇਸਰੋ ਤਾਂ ਕਰਨੀ ਹੈ ਦੇਖੋ, ਠੀਕ ਹੈ। ਇਸਰੋ ਤੁਹਾਨੂੰ ਪਤਾ ਲੱਗ ਗਈ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਨਫੋਸਿਸ ਦਾ ਵੀ ਇੱਥੇ ਹੈ, ਤਾਂ ਇਹਦੇ ਨਾਲ ਇਨਫੋਸਿਸ ਵੀ ਲਿੰਕ ਕਰ ਲਓ। ਉਸ ਤੋਂ ਬਾਅਦ ਓਲਾ ਵਾਲਿਆਂ ਦੀ ਕੈਬਸ ਚੱਲਦੀਆਂ ਨੇ ਨਾ, ਆਪਾਂ ਨੂੰ ਪਤਾ ਓਲਾ, ਉਹਨਾਂ ਦਾ ਵੀ ਹੈੱਡਕੁਆਟਰ ਬੈਂਗਲੁਰੂ ਦੇ ਵਿੱਚ ਹੀ ਹੈ, ਠੀਕ ਹੈ। ਫੋਨਪੇ ਡਿਜੀਟਲ ਵਾਲਟ ਹੈ, ਫੋਨਪੇ, ਉਹਦਾ ਵੀ ਹੈੱਡਕੁਆਟਰ ਇੱਥੇ ਹੈ। ਦੇਖੋ 4 ਚੀਜ਼ਾਂ ਯਾਦ ਕਰ ਲਿਓ ਬੈਂਗਲੁਰੂ ਜਦੋਂ ਵੀ ਆਊਗਾ, ਇਸਰੋ, ਇਨਫੋਸਿਸ, ਓਲਾ ਅਤੇ ਫੋਨਪੇ, ਚਾਰਾਂ ਦਾ ਹੈੱਡਕੁਆਟਰ ਕਿੱਥੇ ਹੈ, ਬੈਂਗਲੁਰੂ ਦੇ ਵਿੱਚ ਹੈ। ਹੌਲੀ ਹੌਲੀ ਇੱਦਾਂ ਹੀ ਲਿੰਕ ਕਰਦੇ ਆਪਾਂ ਇਹਦਾ ਜਿਹੜਾ ਡੋਜ਼ ਹੈ ਇਨਕਰੀਜ਼ ਕਰਦੇ ਜਾਵਾਂਗੇ। ਇਸ ਤੋਂ ਇਲਾਵਾ ਬੈਂਗਲੁਰੂ ਨੂੰ ਦੇਖੋ ਸਪੇਸ ਸਿਟੀ ਦੇ ਨਾਮ ਨਾਲ ਜਾਣਦੇ ਨੇ। ਸਪੇਸ ਸਿਟੀ ਤਾਂ ਮੈਂ ਤੁਹਾਨੂੰ ਹੁਣੇ ਯਾਦ ਕਰਾ ਦਿੰਦੀ ਕਿਵੇਂ। ਇਸਰੋ ਹੈ ਜਿਹੜੀ, ਇਸਰੋ ਆਪਣੀ ਸਪੇਸ ਏਜੰਸੀ ਹੈ। ਇਸਰੋ ਤਾਂ ਪਤਾ ਆਪਣੀ ਸਪੇਸ ਏਜੰਸੀ ਹੈ ਨਾ। ਹੁਣ ਸਪੇਸ ਏਜੰਸੀ ਦਾ ਹੈੱਡਕੁਆਟਰ ਜਦੋਂ ਬੈਂਗਲੁਰੂ ਦੇ ਵਿੱਚ ਹੈ, ਤਾਂ ਸਪੇਸ ਸਿਟੀ ਵੀ ਤਾਂ ਫਿਰ ਆਪਾਂ ਉਹਨੂੰ ਹੀ ਕਹਾਂਗੇ ਨਾ, ਸਪੇਸ ਸਿਟੀ। ਹੁਣ ਜਿਹੜਾ ਸਾਰਾ ਕੰਮ ਹੈ ਸਪੇਸ ਦਾ ਇਲੈਕਟ੍ਰੋਨਿਕ ਵੇ ਨਾਲ ਹੁੰਦਾ, ਆਪਾਂ ਨੂੰ ਪਤਾ, ਤਾਂ ਇਹਨੂੰ ਇਲੈਕਟ੍ਰੋਨਿਕ ਸਿਟੀ ਵੀ ਕਹਿੰਦੇ ਆ। ਤਾਂ ਇਹਨੂੰ ਕੀ ਕਹਿੰਦੇ ਨੇ ਹੋਰ, ਇਲੈਕਟ੍ਰੋਨਿਕ ਸਿਟੀ। ਇਲੈਕਟ੍ਰੋਨਿਕ ਸਿਟੀ ਦੇਖੋ, ਲਿੰਕ ਕਰਦੇ ਪੜ੍ਹਦੇ ਜਾਇਆ ਕਰੋ, ਆਰਾਮ ਨਾਲ ਯਾਦ ਇਹ ਹੋ ਜਾਊਗਾ। ਹਾਂਜੀ, ਇਹ ਸੀਗੀ ਆਪਣੀ ਲਾਸਟ ਨਿਊਜ਼। ਇੱਕ ਵਾਰ ਬਰੀਫਲੀ ਆਪਾਂ ਕੀ ਹੈ ਸਾਰੇ ਸ਼ੁਰੂ ਤੋਂ ਦੇਖ ਲੈਂਦੇ ਹਾਂ ਕਿ ਆਪਾਂ ਕੀ ਕੀਤਾ। ਸਭ ਤੋਂ ਪਹਿਲਾਂ ਆਪਾਂ ਕੀਤੀ ਸੀ ਅਪੁਆਇੰਟਮੈਂਟ, ਵੀ PM ਨੇ ਜਿਹੜੇ ਗੁਆਨਾ ਦੇ ਮਾਰਕ ਐਂਥਨੀ ਫਿਲਿਪਸ, ਇਹਨਾਂ ਦੀ ਅਪੁਆਇੰਟਮੈਂਟ ਹੋਈ ਹੈ। ਪ੍ਰੈਜ਼ੀਡੈਂਟ ਨੇ ਮੁਹੰਮਦ ਇਰਫਾਨ ਅਲੀ। ਇਸ ਤੋਂ ਇਲਾਵਾ ਵਾਈਸ ਪ੍ਰੈਜ਼ੀਡੈਂਟ ਵੀ ਆਪਾਂ ਕੀਤੇ ਸੀਗੇ, ਭਾਰਤ ਜਗਦੇਵ, ਠੀਕ ਹੈ। ਆਨੰਦੀ ਪੈਰੂਕੂ ਜਿਹੜਾ ਫੈਸਟੀਵਲ ਹੈ ਉਹ ਤਾਮਿਲਨਾਡੂ ਦਾ ਹੈ, ਠੀਕ ਹੈ। ਮੌਨਸੂਨ ਦੇ ਵਿੱਚ ਮਨਾਇਆ ਜਾਂਦਾ ਇਹ, ਬਿਗਨਿੰਗ ਦੇ ਵਿੱਚ, ਹੈ ਨਾ। ਕਾਵੇਰੀ ਨਦੀ ਦੇ ਵਿੱਚ ਜਿਹੜਾ ਪਾਣੀ ਹੈ ਭਰਪੂਰ ਭਰ ਜਾਂਦਾ, ਜੁਲਾਈ ਟੂ ਅਗਸਤ ਦੇ ਡਿਊਰਿੰਗ ਇਹ ਹੁੰਦਾ ਹੈ। ਦੈਨ ਆਪਾਂ ਕੀਤਾ ਅਵਾਰਡ, ਗਾਂਧੀਅਨ ਯੂਥ ਟੈਕਨੋਲੋਜੀਕਲ ਇਨੋਵੇਸ਼ਨ ਅਵਾਰਡ ਹੈ ਜਿਹੜਾ IIT ਖੜਗਪੁਰ ਨੂੰ ਮਿਲਿਆ। ਕਾਹਦੇ ਲਈ ਮਿਲਿਆ ਤੁਹਾਨੂੰ ਆਰਾਮ ਨਾਲ ਯਾਦ ਹੋ ਗਿਆ ਹੋਊਗਾ, ਹੈ ਨਾ। CCTV ਸਰਵੇਲੈਂਸ ਤੋਂ ਆਪਾਂ ਨਿਊਜ਼ ਕੀਤੀ ਕਿ CCTV ਸਰਵੇਲੈਂਸ ਦੇ ਵਿੱਚ ਇੰਡੀਆ ਦੇ ਵਿੱਚ ਟੌਪ 'ਤੇ ਕੌਣ ਰਿਹਾ, ਹੈਦਰਾਬਾਦ। ਓਵਰਆਲ ਗੱਲ ਕਰੀਏ ਤਾਂ 16ਵੇਂ ਨੰਬਰ 'ਤੇ ਹੈ ਹੈਦਰਾਬਾਦ, ਅਤੇ ਟੌਪ 'ਤੇ ਕੌਣ ਹੈ, ਤਾਈ ਯੂਆਨ, ਜੋ ਕਿ ਕਿੱਥੋਂ ਦਾ ਹੈ ਜੀ, ਚਾਈਨਾ ਦਾ। ਬੁੱਕ ਲਾਂਚ ਕੀਤੀ ਸਵੱਛ ਭਾਰਤ ਕ੍ਰਾਂਤੀ, ਜਿਹੜਾ ਕਿ ਹਿੰਦੀ ਟਰਾਂਸਲੇਸ਼ਨ ਹੈ ਕਿਹਦਾ, ਸਵੱਛ ਭਾਰਤ ਰੈਵੋਲਿਊਸ਼ਨ ਦਾ। ਹੁਣ ਸਵੱਛ ਭਾਰਤ ਰੈਵੋਲਿਊਸ਼ਨ ਦਾ ਟਰਾਂਸਲੇਸ਼ਨ ਹੈ ਇਹ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਵੱਛ ਭਾਰਤ ਰੈਵੋਲਿਊਸ਼ਨ ਕਿਹਦੇ ਦੁਆਰਾ ਲਿਖੀ ਗਈ ਹੈ, ਪਰਮੇਸ਼ਵਰਨ ਅਈਅਰ ਦੁਆਰਾ। ਅਤੇ ਜਿਹੜਾ ਆਪਣਾ ਸਵੱਛ ਭਾਰਤ ਕ੍ਰਾਂਤੀ ਹੈ, ਠੀਕ ਹੈ, ਇਹਨੂੰ ਲਾਂਚ ਕਿਹਨੇ ਕੀਤਾ, ਗਜੇਂਦਰ ਸਿੰਘ ਸ਼ੇਖਾਵਤ ਅਤੇ ਸਿਮਰਤੀ ਇਰਾਨੀ। ਦੋਨੋਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਉਸ ਤੋਂ ਬਾਅਦ ਆਪਾਂ ਕੀਤਾ ਸੀ ਨਿਰੂਪਮਾ ਯਾਦਵ, ਇਹਨਾਂ ਦੀ ਬੁੱਕ ਕਿਹੜੀ ਹੈ, ਸਪੈਸ਼ਲ ਕੋਡ ਟੂ ਵਿਨ। ਹੁਣ ਦੇਖੋ ਅੱਗੇ ਇਨ ਫਿਊਚਰ ਮੰਨ ਲਓ ਜੋ ਵੀ ਆਪਾਂ ਨੈਕਸਟ ਵੀਡੀਓ ਕਰਾਂਗੇ, ਨੈਕਸਟ ਲੈਕਚਰ ਆਪਾਂ ਕਰਾਂਗੇ, ਹੈ ਨਾ, ਅਤੇ ਨੈਕਸਟ ਡੇ ਦਾ, ਉਹਦੇ ਵਿੱਚ ਮੰਨ ਲਓ ਕੋਈ ਬੁੱਕ ਆ ਗਈ, ਠੀਕ ਹੈ, ਤਾਂ ਆਹ ਬੁੱਕਸ ਮੈਂ ਤੁਹਾਨੂੰ ਨਾਲ ਰਿਵਾਈਜ਼ ਕਰਾਉਂਗੀ ਕਿ ਆਪਾਂ ਪਿੱਛੇ ਆਹ ਕਰ ਚੁੱਕੇ ਹਾਂ, ਜਿਹਦੇ ਕਰਕੇ ਤੁਹਾਨੂੰ ਰਿਵੀਜ਼ਨ ਹੁੰਦੀ ਰਹੂਗੀ ਨਾਲ। ਜੇ ਕੋਈ ਭੁੱਲਦਾ ਵੀ ਹੋਇਆ ਉਹਦੇ ਮਾਇੰਡ 'ਚ ਆ ਜਾ ਕਰੂਗਾ, ਤਾਂ ਲੈਕਚਰ ਲਿਖ ਕੇ ਫਟਾਫਟ 5 ਮਿੰਟ ਪੜ੍ਹ ਲਿਆ ਕਰੋ। ਹੁਣ ਆਹ ਲੈਕਚਰ ਜਦੋਂ ਮੈਂ ਵੀਡੀਓ ਬੰਦ ਕਰੂੰਗੀ ਨਾ, ਉਸ ਤੋਂ ਬਾਅਦ ਸਿਰਫ 10 ਮਿੰਟ ਦੇਈਓ, 10 ਮਿੰਟਾਂ 'ਚ ਤੁਹਾਡੇ ਮਾਇੰਡ 'ਚ ਹੋ ਜਾਊਗਾ ਸਾਰਾ ਕੁਛ ਯਾਦ। ਰਿਵਾਈਜ਼ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ।
हाँ जी, राम मंदिर अयोध्या तो किया सी आपां कि 5 अगस्त 2020 ਨੂੰ नरेंद्र मोदी ने भूमि पूजन किया राम मंदिर का। इस तो इलावा ਆਪਾਂ बहुत सारे फैक्ट किए, बहुत सारिया इंपॉर्टेंट डेट्स कीतियां। 1528 ਜਦੋਂ बाबर ने बाबरी मस्जिद का निर्माण कराया, 6 ਦਸੰਬਰ 1992 ਜਦੋਂ दंगे होए, दैन 16 ਦਸੰਬਰ ਨੂੰ ਲਿਬਰਾਹਿਨ ਆਯੋਗ ਬਿਠਾਇਆ ਗਿਆ। 30 ਸਤੰਬਰ 2010 ਦੇ ਵਿੱਚ ਇਲਾਹਾਬਾਦ ਕੋਰਟ ਨੇ 3 ਪਾਰਟਸ ਦੇ ਵਿੱਚ ਇਹਨੂੰ ਡਿਵਾਈਡ ਕਰਨ ਦਾ ਆਰਡਰ ਦਿੱਤਾ। ਦੈਨ 2011 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਜਿਹੜਾ ਆਰਡਰ ਹੈਗਾ, ਮਤਲਬ ਉਹਨਾਂ ਨੇ ਜੋ ਡਿਸੀਜ਼ਨ ਦਿੱਤਾ ਸੀਗਾ ਉਹਨੂੰ ਨਗਲੈਕਟ ਕਰਤਾ ਸੀਗਾ। ਆਫਟਰ ਦੈਟ ਆਪਾਂ ਕੀਤਾ ਸੀ 9 ਨਵੰਬਰ 2019, 9 ਨਵੰਬਰ 2019 ਬਹੁਤ ਇੰਪੋਰਟੈਂਟ ਡੇਟ, ਜਦੋਂ ਸੁਪਰੀਮ ਕੋਰਟ ਨੇ ਡਿਸੀਜ਼ਨ ਦਿੱਤਾ ਕਿ ਜਿਹੜੀ ਇਹ ਜ਼ਮੀਨ ਹੈ ਇਹਦੇ ਉੱਤੇ ਰਾਮ ਮੰਦਿਰ ਹੀ ਬਿਲਟ ਕੀਤਾ ਜਾਊਗਾ ਅਤੇ ਮੁਸਲਿਮ ਪੱਖ ਨੂੰ ਮਸਜਿਦ ਲਈ ਕੋਈ ਹੋਰ ਜਗ੍ਹਾ ਦੇ ਦਿੱਤੀ ਜਾਊਗੀ। ਔਰ ਇਹ ਜਿਹੜਾ ਡਿਸੀਜ਼ਨ ਸੀਗਾ ਰੰਜਨ ਗਗੋਈ ਜੀ ਨੇ ਵਿਦ 5 ਜੱਜਸ ਦੀ ਨਾਲ ਦਿੱਤਾ ਸੀਗਾ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਦੈਨ ਆਪਾਂ ਕੀਤਾ ਸੀਗਾ ਪੋਲਰ ਬੀਅਰਸ ਤੋਂ ਕਿ 2100 ਈਅਰ ਤੱਕ ਨਵੀਂ ਰਿਸਰਚ ਆਈ ਹੈ ਕਿ ਕੁਡ ਗੋ ਐਕਸਟੈਂਟ ਚਲੇ ਜਾਣਗੇ, ਹੈ ਨਾ। ਗਲੋਬਲ ਵਾਰਮਿੰਗ ਕਰਕੇ ਹੀਟ ਵੱਧਦੀ ਜਾ ਰਹੀ ਹੈ, ਗ੍ਰੀਨ ਹਾਊਸ ਇਫੈਕਟ ਗੈਸਸ ਦਾ ਇਫੈਕਟ ਵੱਧਦਾ ਜਾ ਰਿਹਾ ਹੈ। ਇਸ ਤੋਂ ਬਾਅਦ ਆਪਾਂ ਇਹਦੇ 'ਚ ਆਪਾਂ IUCN ਬਾਰੇ ਕੀਤਾ ਸੀ, ਇੰਟਰਨੈਸ਼ਨਲ ਯੂਨੀਅਨ ਕੰਜ਼ਰਵੇਸ਼ਨ ਫॉर ਨੇਚਰ, ਜਿਹਦਾ ਹੈੱਡਕੁਆਟਰ ਇੰਗਲੈਂਡ ਸਵਿਟਜ਼ਰਲੈਂਡ 'ਚ ਹੈ, ਅਤੇ ਇੱਕ ਰੈੱਡ ਲਿਸਟ ਜਾਰੀ ਕਰਦੀ ਹੈ ਜਿਹਦੇ ਵਿੱਚ ਥ੍ਰੈਟਨਡ ਪਲਾਂਟਸ ਐਂਡ ਐਨੀਮਲਸ ਮਤਲਬ ਕਿ ਥ੍ਰੈਟਨਡ ਸਪੀਸ਼ੀਜ਼ ਬਾਰੇ ਮੈਂਸ਼ਨ ਹੁੰਦਾ ਹੈ। ਅਤੇ ਜਿਹੜੇ ਪੋਲਰ ਬੀਅਰਸ ਨੇ ਇਹ ਆਰਕਟਿਕ ਓਸ਼ਨ ਦੇ ਵਿੱਚ ਪਾਏ ਜਾਂਦੇ ਨੇ। ਅਦਰਸ ਦੇ ਵਿੱਚ ਕੀਤਾ ਆਪਾਂ ਨੈਸ਼ਨਲ ਬੈਂਕ ਆਫ ਬਹਿਰੇਨ, ਇਹਨੇ ਸਿਲੈਕਟ ਕੀਤਾ ਇਨਫੋਸਿਸ ਫਿਨੈਕਲ ਨੂੰ ਡਿਜੀਟਲੀ ਟਰਾਂਸਫਾਰਮ ਕਰਨ ਲਈ ਆਪਣੀਆਂ ਬੈਂਕਿੰਗ ਟ੍ਰਾਂਜੈਕਸ਼ਨਸ। ਠੀਕ ਹੈ, ਇਸ ਤੋਂ ਬਾਅਦ ਮੈਂ ਤੁਹਾਨੂੰ ਇਨਫੋਸਿਸ ਬਾਰੇ ਇਨਫੋਰਮੇਸ਼ਨ ਦੱਸੀ ਸੀਗੀ, ਹੈ ਨਾ, ਕਿ ਇਨਫੋਸਿਸ ਦਾ ਹੈੱਡਕੁਆਟਰ ਬੈਂਗਲੁਰੂ ਦੇ ਵਿੱਚ ਹੈ। ਬੈਂਗਲੁਰੂ ਤੋਂ ਆਪਾਂ ਕੀ ਕੀਤਾ ਸੀ, ਇਸਰੋ, ਇਨਫੋਸਿਸ, ਓਲਾ ਅਤੇ ਫੋਨਪੇ ਸਭ ਦਾ ਹੈੱਡਕੁਆਟਰ ਕਿੱਥੇ ਹੈ, ਬੈਂਗਲੁਰੂ ਦੇ ਵਿੱਚ ਹੈ। ਬੈਂਗਲੁਰੂ ਦੇ ਵਿੱਚ ਮੋਸਟਲੀ ਰਿਸਰਚ ਸੈਂਟਰਸ ਨੇ ਜਿਹੜੇ ਸਾਇੰਸ ਨਾਲ ਰਿਲੇਟਡ ਚੀਜ਼ਾਂ ਨੇ ਬੈਂਗਲੁਰੂ ਦੇ ਵਿੱਚ ਹੀ ਨੇ ਮੋਸਟਲੀ। ਠੀਕ ਹੈ, ਸਪੇਸ ਸਿਟੀ ਵੀ ਬੈਂਗਲੁਰੂ ਨੂੰ ਕਹਿੰਦੇ ਨੇ, ਇਲੈਕਟ੍ਰੋਨਿਕ ਸਿਟੀ ਵੀ ਬੈਂਗਲੁਰੂ ਨੂੰ ਹੀ ਕਹਿੰਦੇ ਨੇ। ਇਹ ਵੀ ਮੈਂ ਪਹਿਲਾਂ ਤੁਹਾਨੂੰ ਕਰਾਇਆ ਹੋਇਆ। ਦੇਖੋ ਐਵੇਂ ਕਰਕੇ ਜਿਵੇਂ ਪਹਿਲਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ 1-2 ਫੈਕਟ ਦੱਸੇ ਹੋਣਗੇ ਬੈਂਗਲੁਰੂ ਨਾਲ ਰਿਲੇਟਡ ਕਿ ਇਸਰੋ ਦਾ ਹੈੱਡਕੁਆਟਰ ਕਿੱਥੇ, ਕਿੰਨੇ 'ਚ ਬਣਿਆ, ਕੌਣ ਇਹਦੇ ਚੇਅਰਮੈਨ ਨੇ। ਹੁਣ 2-3 ਫੈਕਟ ਵਧਾ ਤੇ, ਅਗਲੇ ਵਾਰੀ ਜਦੋਂ ਬੈਂਗਲੁਰੂ ਆਊਗਾ ਇਹ ਸਾਰੇ ਤਾਂ ਨਾਲ ਰਿਵਾਈਜ਼ ਕਰਾਉਂਗੀ 2-3 ਫੈਕਟ ਹੋਰ ਵਧਾ ਦੂੰਗੀ। ਉਹਦੇ ਨਾਲ ਕੀ ਹੋਊਗਾ, ਥੋੜ੍ਹੇ ਨਵੀਆਂ ਚੀਜ਼ਾਂ ਯਾਦ ਹੋਣਗੀਆਂ, ਪਲੱਸ ਜਿਹੜੀ ਪਹਿਲਾਂ ਕਰ ਚੁੱਕੀਆਂ ਉਹਦੀ ਰੈਪੀਟੀਸ਼ਨ ਹੋਈ ਜਾਊਗੀ। ਠੀਕ ਹੈ, ਇਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਜਿਹੜੀ ਰਿਵੀਜ਼ਨ ਹੈ ਉਹ ਹੋਈ ਜਾਊਗੀ। ਸਟੈਟਿਕ GK ਅਤੇ ਕਰੰਟ ਅਫੇਅਰਸ ਯਾਦ ਰੱਖਣ ਦਾ ਜਿਹੜਾ ਹੋਊਗਾ ਹੁੰਦਾ ਉਹਨੂੰ ਆਪਾਂ ਬਹੁਤ ਲੈਵਲ ਤੱਕ ਘਟਾ ਦਾਂਗੇ, ਟਿਪਸ 'ਤੇ ਹੋਣਗੇ ਤੁਹਾਡੇ ਕਰੰਟ ਅਫੇਅਰਸ। ਠੀਕ ਹੈ ਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਇੱਕ ਵਾਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਠੀਕ ਹੈ, ਤੁਹਾਡੇ ਇੱਕ ਕਮੈਂਟ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਵੀਡੀਓ ਲੱਗ ਕਿਵੇਂ ਦੀ ਰਹੀ ਹੈ, ਰਿਸਪੌਂਸ ਕੀ ਹੈ। ਠੀਕ ਹੈ, ਤਾਂ ਟਾਈਪ ਕਰ ਦਿਆ ਕਰੋ, ਇੰਨੀ ਖੇਚਲ ਕਰ ਲਿਆ ਕਰੋ, ਹੈ ਨਾ ਜੀ। ਇਸ ਤੋਂ ਇਲਾਵਾ ਤੁਸੀਂ ਹੋਰ ਵੀਡੀਓਜ਼ ਵੀ ਫਨਕਾਰ ਸਕਦੇ ਹੋ, ਚੈੱਕਆਊਟ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ। ਅਨਅਕੈਡਮੀ ਐਪ ਆਪਣੀ ਇੰਸਟਾਲ ਕਰ ਲਿਓ, ਉੱਥੇ ਸਰ ਦੀਆਂ ਲਾਈਵ ਕਲਾਸਿਸ ਵੀ ਹੁੰਦੀਆਂ ਨੇਗੀਆਂ। ਠੀਕ ਹੈ ਜੀ, ਅਤੇ ਆਪਣੇ ਸੈਸ਼ਨਸ ਵੈਸੇ ਵੀ ਬਹੁਤ ਸਾਰੇ ਉੱਥੇ ਲੈਕਚਰਸ ਆਲਰੇਡੀ ਅਪਲੋਡ ਪਏ ਨੇ, ਤਾਂ ਤੁਸੀਂ ਉੱਥੋਂ ਵੀ ਚੈੱਕਆਊਟ ਕਰ ਸਕਦੇ ਹੋ। ਠੀਕ ਹੈ, ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਠੀਕ ਹੈ ਜੀ, ਮਿਲਦੇ ਹਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਟੇਕ ਕੇਅਰ ਆਫ ਯੋਰ ਸੈਲਫ।